ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਡਾਕਟਰ ਦੀ ਲੋੜ ਸਾਨੂੰ ਉਦੋਂ ਪੈਂਦੀ ਜਦੋਂ ਸਿਹਤ ਠੀਕ ਨਹੀਂ ਹੈ। ਲਾਇਰ ਦੀ ਲੋੜ ਸਾਨੂੰ ਉਦੋਂ ਪੈਂਦੀ ਹੈ ਜਦੋਂ ਕੋਈ ਕਾਨੂੰਨੀ ਪੇਚੀਦਗੀ ਹੋਵੇ। ਪੁਲਿਸ ਦੀ ਲੋੜ ਸਾਨੂੰ ਉਦੋਂ ਪੈਂਦੀ ਜਦੋਂ ਕੋਈ ਸਿਕਿਉਰਿਟੀ ਦਾ ਮਾਮਲਾ ਹੋਵੇ। तमाम ਪ੍ਰੋਫੈਸ਼ਨਸ ਦੀ ਲੋੜ ਸਾਨੂੰ ਉਦੋਂ ਪੈਂਦੀ ਆ ਜਦੋਂ ਅਸੀਂ ਉਸ ਕੰਮ ਦੇ ਨਾਲ ਵਾਬਸਤਾ ਕੋਈ ਆਪਣਾ ਕੰਮ ਕਰਨਾ ਹੋਵੇ। ਆਰਕੀਟੈਕਟ, ਟਾਊਨ ਪਲੈਨਿੰਗ, ਸੋ ਮੈਨੀ ਪ੍ਰੋਫੈਸ਼ਨਸ। ਪਰ ਕਿਸਾਨ ਦੀ ਲੋੜ ਕਦੋਂ ਪੈਂਦੀ ਹੈ? ਦਿਨ ਦੇ ਵਿੱਚ 3 ਵਾਰੀ, ਜਦੋਂ ਵੀ ਅਸੀਂ ਰੋਟੀ ਖਾਣੀ ਹੋਵੇ। ਸਾਨੂੰ ਯਾਦ ਆਉਂਦਾ ਹੈ ਸਾਡਾ ਅੰਨਦਾਤਾ, ਸਾਨੂੰ ਯਾਦ ਆਉਂਦਾ ਹੈ ਉਹ ਫਾਰਮਰ ਜਿਹੜਾ ਕਿਸਾਨ ਹੈ, ਜੋ ਕਿਸਾਨੀ ਕਰਦਾ ਹੈ, ਖੇਤੀਬਾੜੀ ਕਰਦਾ ਹੈ, ਸਾਡੇ ਵਾਸਤੇ ਅਨਾਜ ਪੈਦਾ ਕਰਦਾ ਹੈ, ਸਾਨੂੰ ਰੋਟੀ ਦਿੰਦਾ ਹੈ। ਪਰ ਜੇ ਅਨਾਜ ਪੈਦਾ ਕਰਨ ਵਾਲੇ ਫਾਰਮਰ ਦੇ ਉੱਤੇ, ਅੰਨਦਾਤਾ ਦੇ ਉੱਤੇ ਕੋਈ ਮੁਸੀਬਤ ਆ ਜਾਵੇ, ਕੋਈ ਮੁਸ਼ਕਿਲ ਆ ਜਾਵੇ, ਉਹਦਾ ਪ੍ਰਭਾਵ ਸਾਡੇ ਸਾਰਿਆਂ ਦੇ ਜੀਵਨ ਦੇ ਉੱਤੇ ਪੈਣਾ ਤੈਅ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਸੀਂ ਰਹਿੰਦੇ ਹੋਈਏ, ਕਿਸੇ ਵੀ ਕੋਨੇ 'ਚ ਅਸੀਂ ਲੁਕ ਕੇ ਵੀ ਰਹਿੰਦੇ ਹੋਈਏ, ਤਾਂ ਵੀ ਰੋਟੀ ਦੀ ਲੋੜ ਤਾਂ ਸਾਨੂੰ ਪੈਣੀ ਆ। ਇਸ ਕਰਕੇ ਕਿਸਾਨ ਸਾਡੇ ਜੀਵਨ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ। ਪੂਰੀ ਦੁਨੀਆ ਦੇ ਵਿੱਚ ਕਿਸਾਨ ਜਾਗਰਿਤ ਹੋ ਚੁੱਕੇ ਨੇ, ਮੂਵਮੈਂਟਸ ਚੱਲਦੀਆਂ ਪਈਆਂ ਨੇ, ਟਰੈਕਟਰ ਮਾਰਚ ਚੱਲਦੇ ਪਏ ਨੇ। ਕਿਉਂ? ਕਿ ਆਪਣੀਆਂ ਜ਼ਮੀਨਾਂ ਨੂੰ ਕਾਰਪੋਰੇਟਸ ਤੋਂ ਬਚਾਉਣਾ ਹੈ। ਆਪਣੇ ਇਸ ਸਾਰੇ ਕੰਮ ਧੰਦੇ ਨੂੰ ਕਾਰਪੋਰੇਟਸ ਦੇ ਹੱਥਾਂ ਵਿੱਚ ਨਹੀਂ ਜਾਣ ਦੇਣਾ, ਤਾਂ ਕਿ ਕਿਸਾਨ ਆਤਮ ਨਿਰਭਰ ਰਵੇ, ਸੁਤੰਤਰ ਰਵੇ। ਪਰ ਕਾਰਪੋਰੇਟਸ ਵੱਲੋਂ ਪੂਰੀ ਤਾਕਤ ਲਗਾਈ ਜਾ ਰਹੀ ਹੈ ਕਿ ਸਾਰੀ ਖੇਤੀਬਾੜੀ ਉਹਨਾਂ ਦੇ ਹੱਥ ਵਿੱਚ ਆ ਜਾਵੇ, ਉਹਨਾਂ ਦੇ ਅੰਡਰ ਆ ਜਾਵੇ, ਤੇ ਕਿਸਾਨ ਉਹਨਾਂ ਦਾ ਇੱਕ ਮਜ਼ਦੂਰ ਬਣ ਕੇ ਰਹਿ ਜਾਵੇ। ਕਿਸਾਨ ਦੀਆਂ ਸਾਰੀਆਂ ਜ਼ਮੀਨਾਂ ਕਾਰਪੋਰੇਟਸ ਦੇ ਹੱਥਾਂ ਵਿੱਚ ਆ ਜਾਣ, ਤਾਂ ਕਿ ਕਿਸਾਨ ਉਹਨਾਂ ਕਾਰਪੋਰੇਟਸ ਦੀਆਂ ਜ਼ਮੀਨਾਂ ਦੇ ਉੱਤੇ ਖੇਤੀ ਕਰਨ ਵਾਲਾ ਇੱਕ ਮਜ਼ਦੂਰ ਬਣ ਕੇ ਰਹਿ ਜਾਵੇ। ਇਹ तमाम ਗੱਲਾਂ ਚਿੰਤਕ ਸਾਡੇ ਸਾਹਮਣੇ ਪੇਸ਼ ਕਰਦੇ ਪਏ ਨੇ, ਔਰ ਇਸ ਨੂੰ ਹੀ ਲੈ ਕੇ ਅਸੀਂ ਅੱਜ ਦਾ ਪ੍ਰੋਗਰਾਮ ਉਲੀਕਿਆ ਹੈ, ਜਿਹਦੇ ਵਿੱਚ ਅਸੀਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕਰਾਂਗੇ। 2-2.5 ਸਾਲ ਪਹਿਲਾਂ 1.0 ਇੱਕ ਪਹਿਲਾ ਅੰਦੋਲਨ ਹੋ ਚੁੱਕਾ ਹੈ, ਜੋ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇੱਕ ਵਿਸ਼ੇਸ਼ ਮਾਡਲ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਰਿਹਾ ਕਿ ਕਿਸ ਤਰ੍ਹਾਂ ਸ਼ਾਂਤੀ ਨਾਲ ਅਸੀਂ ਆਪਣੀਆਂ ਮੰਗਾਂ ਸਰਕਾਰ ਕੋਲੋਂ ਮਨਵਾ ਸਕਦੇ ਹਾਂ। ਇਹ ਮਾਡਲ ਭਾਵੇਂ ਅਸੀਂ ਕਹੀਏ ਗਾਂਧੀਅਨ ਮਾਡਲ ਹੈ, ਭਾਵੇਂ ਅਸੀਂ ਕਹੀਏ ਸਿੱਖ ਭਾਈਚਾਰੇ ਦਾ ਮਾਡਲ ਹੈ, ਜੋ ਗੁਰੂ ਸਾਹਿਬਾਨ ਨੇ ਸਾਨੂੰ ਰਸਤਾ ਦਿਖਾਇਆ ਕਿ ਸ਼ਾਂਤੀ ਨਾਲ, ਆਰਾਮ ਨਾਲ ਟਿਕ ਕੇ ਬਹਿ ਕੇ ਤੁਸੀਂ ਆਪਣੀਆਂ ਗੱਲਾਂ ਕਿਵੇਂ ਮਨਵਾ ਸਕਦੇ ਹੋ। ਇਹਨੂੰ ਕੋਈ ਵੀ ਰੂਪ ਦੇ ਸਕਦੇ ਹਾਂ। ਔਰ ਅੱਜ 2.0 ਦੂਸਰਾ ਅੰਦੋਲਨ ਸ਼ੁਰੂ ਹੋ ਚੁੱਕਾ ਹੈ ਭਾਰਤ ਦੀ ਧਰਤੀ ਦੇ ਉੱਤੇ, ਔਰ ਇਸ ਦੀ ਵੀ ਅਸੀਂ ਚਰਚਾ ਕਰਾਂਗੇ, ਕਿਉਂਕਿ 1.0 ਜਿਹੜਾ ਅੰਦੋਲਨ ਹੋਇਆ ਉਹਨੇ ਪੂਰੀ ਦੁਨੀਆ ਦੇ ਉੱਤੇ ਛਾਪ ਛੱਡੀ ਹੈ, ਪੂਰੀ ਦੁਨੀਆ ਦੇ ਕਿਸਾਨਾਂ ਨੂੰ ਜਾਗਰਿਤ ਕੀਤਾ ਹੈ। ਔਰ ਅੱਜ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਹਫ਼ਤੇ ਤੋਂ ਉੱਤੇ ਹੋ ਚੁੱਕਾ ਹੈ, ਉਸ ਦੀ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ। NRI ਵਰਡ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਮੈਡਮ ਆਸ਼ਿਮਾ ਸਹਾਨੀ, ਜੋ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਦੇ KMV ਕਾਲਜ ਤੋਂ, ਔਰ ਇਹਨਾਂ ਦੀ ਐਕਸਪਰਟੀਜ਼ ਹੈ ਇੰਟਰਨੈਸ਼ਨਲ ਪੋਲਿਟਿਕਸ, ਇੰਡੀਅਨ ਪੋਲਿਟੀ ਔਰ ਇੰਟਰਨੈਸ਼ਨਲ ਅਫੇਅਰਸ ਨੂੰ ਪੂਰੀ ਡੂੰਘਾਈ ਨਾਲ ਸਮਝਦੇ ਨੇ। ਆਓ ਉਹਨਾਂ ਦਾ ਸਵਾਗਤ ਕਰੀਏ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਲਕਮ ਟੂ NRI ਵਰਡ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਪੂਰੀ ਦੁਨੀਆ ਦੇ ਵਿੱਚ ਜੋ ਚੱਲ ਰਿਹਾ ਹੈ, ਉਹ ਮੈਂ ਆਪਣੀ ਭੂਮਿਕਾ ਦੇ ਵਿੱਚ ਆਪਣੇ ਸਾਰੇ ਦਰਸ਼ਕਾਂ ਨਾਲ, ਆਪਣੇ ਸਾਰੇ ਫਰੈਂਡਸ ਦੇ ਨਾਲ ਮੈਂ ਸਾਂਝਾ ਕਰ ਚੁੱਕਾ। ਸੋ ਇਸ ਵਕਤ ਪੂਰੀ ਦੁਨੀਆ ਦੀ ਨਜ਼ਰ ਇੱਕ ਵਾਰ ਫਿਰ ਤੋਂ ਭਾਰਤ ਦੇ ਉੱਤੇ ਟਿਕੀ ਹੋਈ ਹੈ ਕਿ 2.0 ਜਿਹੜਾ ਦੂਸਰਾ ਅੰਦੋਲਨ ਸ਼ੁਰੂ ਹੋਇਆ ਹੈ, ਔਰ ਉਹ ਵੀ ਉਸ ਵੇਲੇ ਜਦੋਂ 2024 ਦੀਆਂ ਇਲੈਕਸ਼ਨਸ ਸਿਰ 'ਤੇ ਨੇ ਭਾਰਤ ਦੇ ਵਿੱਚ, ਤਾਂ ਇਹਦਾ ਇੰਪੈਕਟ ਕੀ ਹੈ, ਇਹ ਕਿੱਧਰ ਜਾ ਰਿਹਾ। ਔਰ ਪੂਰੀ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੈ ਕਿ ਜਿਸ ਤਰ੍ਹਾਂ ਪੰਜਾਬ ਔਰ ਹਰਿਆਣਾ ਦੇ ਬਾਰਡਰ ਦੇ ਉੱਤੇ ਜਵਾਨ ਖੜੇ ਕੀਤੇ ਗਏ ਨੇ ਬੈਰੀਕੇਡਸ ਲਗਾ ਕੇ, ਕਿ ਕਿਸਾਨ ਉੱਥੋਂ ਮੂਵ ਕਰਕੇ ਦਿੱਲੀ ਨਾ ਚਲੇ ਜਾਣ, ਕਿਉਂਕਿ ਇੱਕ ਸਟੇਟ ਤੋਂ, ਪੰਜਾਬ ਤੋਂ ਮੂਵ ਕਰਕੇ ਦੂਸਰੀ ਸਟੇਟ ਹਰਿਆਣਾ ਵਿੱਚੋਂ ਨਿਕਲ ਕੇ ਤੀਸਰੀ ਸਟੇਟ ਦਿੱਲੀ ਵਿੱਚ ਜਾ ਕੇ ਸਥਾਪਿਤ ਹੋਣਾ ਹੈ। ਕਾਨੂੰਨੀ ਮਾਹਿਰ ਕਹਿੰਦੇ ਨੇ ਕਿ ਇਹਦੇ ਵਿੱਚ ਕੁਝ ਵੀ ਅਨਕਨਸਟੀਟਿਊਸ਼ਨਲ ਨਹੀਂ ਹੈ, ਗੈਰ ਕਾਨੂੰਨੀ ਨਹੀਂ ਹੈ। ਤੁਸੀਂ ਕਿਸਾਨਾਂ ਨੂੰ ਇਹ ਕਹਿ ਸਕਦੇ ਹੋ ਕਿ ਇੱਕ ਲਾਈਨ ਦੇ ਵਿੱਚ ਤੁਸੀਂ ਆਪਣੇ ਟਰੈਕਟਰ ਲੈ ਕੇ ਜਾ ਸਕਦੇ ਹੋ, ਤਾਂ ਕਿ ਤੁਹਾਡੇ ਕਾਰਨ ਕਿਸੇ ਦਾ ਕੋਈ ਰਸਤਾ ਨਾ ਰੋਕਿਆ ਜਾ ਸਕੇ, ਕੋਈ ਟ੍ਰੈਫਿਕ ਜੈਮ ਨਾ ਹੋਵੇ। ਉਹਨਾਂ ਨੂੰ ਇਹ ਇਨਸਟਰਕਸ਼ਨਸ ਦਿੱਤੀਆਂ ਜਾ ਸਕਦੀਆਂ ਨੇ, ਪਰ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਸਰਕਾਰ ਆਪਣੀਆਂ ਦਲੀਲਾਂ ਦੇ ਰਹੀ ਹੈ ਕਿ ਇਹਨਾਂ ਦੇ ਕਾਰਨ ਸਿਕਿਉਰਿਟੀ ਨੂੰ, ਇਹਨਾਂ ਦੇ ਕਾਰਨ ਐਡਮਿਨਿਸਟ੍ਰੇਸ਼ਨ ਨੂੰ, ਨੇਸ਼ਨ ਦੀ ਸਿਕਿਉਰਿਟੀ ਨੂੰ, ਜਾਂ ਕਿਸੇ ਹੋਰ ਕਾਰਨ ਕੋਈ ਰਿਸਕ ਹੋ ਸਕਦਾ ਹੈ। ਦੈਟ ਇਜ਼ ਵਾਈ ਅਸੀਂ ਉਹਨਾਂ ਨੂੰ ਸਟਾਪ ਕਰ ਰਹੇ ਹਾਂ। ਸੋ ਇਹ तमाम ਇਸ ਵਕਤ ਚੱਲਦਾ ਪਿਆ ਹੈ ਭਾਰਤ ਦੇ ਵਿੱਚ। ਇੱਧਰ ਜਵਾਨ ਡਟੇ ਹੋਏ ਨੇ, ਇੱਧਰ ਕਿਸਾਨ ਡਟੇ ਹੋਏ ਨੇ, ਔਰ ਅਸੀਂ ਆਪਣੀ ਧਰਤੀ ਤੋਂ ਇਹ ਆਵਾਜ਼ ਦਿੰਦੇ ਹਾਂ, ਜੈ ਜਵਾਨ ਜੈ ਕਿਸਾਨ। ਸੋ ਇਹ ਮੂਵਮੈਂਟ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਉੱਤੇ ਫਸਟ ਇੰਪ੍ਰੈਸ਼ਨ ਕੀ ਪਿਆ ਹੈ ਇਸ ਮੂਵਮੈਂਟ ਦਾ? ਵੈਲ, ਤੁਸੀਂ ਦੇਖੋਗੇ ਕਿ ਯੈਸ, ਦਿਸ ਮੂਵਮੈਂਟ ਸਟਾਰਟਡ ਵਿਦ ਪੰਜਾਬ ਇਨ ਦੀ ਈਅਰ 2020
ਲੇਕਿਨ ਤੁਸੀਂ ਜੇ ਥੋੜੀ ਨਜ਼ਰ ਮਾਰੋਗੇ ਤਾਂ ਪੂਰੀ ਦੁਨੀਆ 'ਚ ਇਸ ਟਾਈਮ ਐਗਰੀਕੇਰੀਅਨ ਸੈਕਟਰ ਜਿਹੜਾ ਹੈ, ਐਗਰੀਕਲਚਰ ਸੈਕਟਰ ਜਿਹੜਾ, ਇਹਦੀਆਂ ਮੂਵਮੈਂਟਸ ਚੱਲ ਰਹੀਆਂ ਨੇ। ਪਿਛਲੇ ਮਹੀਨੇ ਉਸ ਤੋਂ ਯੂਰਪੀਅਨ ਯੂਨੀਅਨ, ਸਾਰੀ ਯੂਰਪੀਅਨ ਯੂਨੀਅਨ ਜਿਹੜੀ ਹੈ ਪ੍ਰਭਾਵਿਤ ਸੀਗੀ ਕਿਸਾਨਾਂ ਦੇ ਅੰਦੋਲਨ ਦੇ ਦੁਆਰਾ। ਸਪੇਨ 'ਚ, ਪੋਲੈਂਡ, ਜਰਮਨੀ, ਈਵਨ ਇੰਗਲੈਂਡ, ਹੈ ਨਾ, ਇਹਨਾਂ ਸਾਰੇ ਇਲਾਕਿਆਂ 'ਚ ਸਾਨੂੰ ਇਹ ਮੂਵਮੈਂਟ ਦੇਖਣ ਨੂੰ ਮਿਲੀ। ਇੱਥੇ ਤੱਕ ਕਿ ਜਿਹੜਾ ਯੂਰਪੀਅਨ ਯੂਨੀਅਨ ਦਾ ਹੈੱਡਕੁਆਰਟਰਸ ਹੈ ਉਹਦੇ ਬਾਹਰ ਵੀ ਧਰਨੇ ਲਗਾਏ ਗਏ। ਫਿਰ ਬ੍ਰਿਟਨਬਰਗ ਇੱਕ ਜਗ੍ਹਾ ਦਾ ਨਾਮ ਹੈ ਜਰਮਨੀ 'ਚ, ਉੱਥੇ ਵੀ ਕਾਫੀ ਜ਼ੋਰਾਂ ਸ਼ੋਰਾਂ ਨਾਲ ਇਹ ਮੂਵਮੈਂਟ ਨੂੰ ਚਲਾਇਆ ਗਿਆ। ਪੋਲੈਂਡ ਦੇ ਰੈਜ਼ੀਡੈਂਸ਼ੀਅਲ ਏਰੀਆਜ਼ ਨੂੰ ਘੇਰਿਆ ਗਿਆ। ਅਤੇ I mean this is all across the world this is happening। ਕੈਨੇਡਾ 'ਚ ਵੀ ਸਾਨੂੰ ਸੁਣਨ ਨੂੰ ਮਿਲੀ ਸੀਗੀ। ਹੁਣ ਸਵਾਲ ਇਹ ਕਿ ਮੂਵਮੈਂਟਸ ਕਿਉਂ ਹੋ ਰਹੀਆਂ? ਇੱਕ ਸਵਾਲ ਮੈਂ ਪੁੱਛਾਂਗਾ, ਇਹਦਾ ਰੀਜ਼ਨ ਜਾਣਨ ਤੋਂ ਪਹਿਲਾਂ। ਕਾਰਪੋਰੇਟਸ ਇਹਦੇ 'ਚ ਇਨਵੋਲਵ ਹੈ ਔਰ ਕਹਿੰਦੇ ਨੇ ਕਿ ਕਾਰਪੋਰੇਟਸ ਨੂੰ ਬੈਕਿੰਗ ਹੈਗੀ ਹੈ ਗਵਰਨਮੈਂਟ ਦੀ, ਇਸ ਕਰਕੇ ਉਹ ਆਪਣੀ ਮਰਜ਼ੀ ਕਰਦੇ ਪਏ ਨੇ। ਨਾਓ ਦਾ ਥਿੰਗ ਇਜ਼ ਐਗਰੀਕਲਚਰ, ਖੇਤੀਬਾੜੀ, ਇਹ ਸਰਵਾਈਵਲ ਹੈ ਜਾਂ ਇਹ ਬਿਜ਼ਨਸ ਹੈ? ਇਸ ਨੂੰ ਅਸੀਂ ਬਿਜ਼ਨਸ ਕਹਿ ਸਕਦੇ ਹਾਂ ਜਾਂ ਇਸ ਨੂੰ ਅਸੀਂ ਸਰਵਾਈਵਲ ਹੀ ਰੱਖਾਂਗੇ? ਮਾਰਕੀਟ ਦੇ ਵਿੱਚ ਡਿਮਾਂਡ ਐਂਡ ਸਪਲਾਈ ਦੀ ਗੇਮ ਦੇ ਵਿੱਚ ਇਹਨੂੰ ਇਨਵੋਲਵ ਕਰ ਸਕਦੀਆਂ? ਇਹਦੇ ਨਾਲ ਇਨਸਾਨ ਦਾ ਸਰਵਾਈਵਲ ਰਿਸਕ ਤੇ ਨਹੀਂ ਆ ਜਾਂਦਾ? ਇਜ਼ ਐਗਰੀਕਲਚਰ ਇਜ਼ ਸਰਵਾਈਵਲ ਔਰ ਅ ਬਿਜ਼ਨਸ? ਹੁਣ ਤਾਂ ਬਿਜ਼ਨਸ ਹੈ, ਪਹਿਲੇ ਸਰਵਾਈਵਲ ਜ਼ਰੂਰ ਸੀਗਾ। ਤੁਸੀਂ ਦੇਖੋ ਨਾ, ਜਦੋਂ ਸਾਡੀ ਯੂਕਰੇਨ ਦੀ ਵਾਰ ਸ਼ੁਰੂ ਹੋਈ, ਜਦੋਂ ਪਿੱਛੇ ਇਜ਼ਰਾਈਲ ਦੀ ਹੋਈ, ਇਹੀ ਰੌਲਾ, ਇੱਕ ਜਿਹੜਾ ਕੋਵਿਡ ਦੇ ਟਾਈਮ ਵੀ ਜਿਹੜਾ ਸਭ ਤੋਂ ਵੱਡਾ ਰੌਲਾ ਪਿਆ ਸੀਗਾ, ਉਹ ਇਹ ਪਿਆ ਸੀਗਾ ਫੂਡ ਸਿਕਿਉਰਿਟੀ ਦੀ ਬੜੀ ਪ੍ਰੋਬਲਮ ਆ ਜਾਣੀ ਜੀ। ਜਹਾਜ਼ ਨਹੀਂ ਜਾਣ ਦੇ ਰਿਹਾ ਰਸ਼ੀਆ ਜੀ, ਹੈ ਨਾ, ਸਾਡੇ ਗ੍ਰੇਨਸ ਨਹੀਂ ਪਹੁੰਚ ਪਾ ਰਹੇ। ਹੁਣ ਦ ਰੀਜ਼ਨ ਇਜ਼ ਕਿ ਯੈਸ, ਪਹਿਲੇ ਇਹ ਸਰਵਾਈਵਲ ਦਾ ਹੁੰਦਾ ਸੀਗਾ ਜਦ ਤੱਕ ਆਰਟੀਫਿਸ਼ੀਅਲ ਮੀਨਸ ਆਫ ਪ੍ਰੋਡਕਸ਼ਨ ਨਹੀਂ ਸੀਗੇ। ਬਾਈ ਆਰਟੀਫਿਸ਼ੀਅਲ ਆਈ ਮੀਨ ਦੀ ਮੈਨਿਓਰ, ਫਰਟੀਲਾਈਜ਼ਰਸ ਜਾਂ ਵਾਟਰ ਕੈਨਾਲ ਸਿਸਟਮ। ਉਦੋਂ ਅਸੀਂ ਰੱਬ 'ਤੇ ਡਿਪੈਂਡੈਂਟ ਸੀਗੇ ਅਤੇ ਉਦੋਂ ਸਰਵਾਈਵਲ ਦਾ ਸੀਗਾ, ਔਰ ਉਦੋਂ ਕੋਈ ਇੰਨਾ ਜ਼ਿਆਦਾ ਕੰਜ਼ਿਊਮਰਿਜ਼ਮ ਦਾ ਵੀ ਨਹੀਂ ਸੀਗਾ। ਬਟ ਵਿਦ ਦੀ ਐਡਵੈਂਟ ਆਫ ਟੈਕਨੋਲੋਜੀ ਐਡਵਾਂਸਮੈਂਟ, ਠੀਕ ਹੈ, ਇਹਨੂੰ ਅਸੀਂ ਕੰਜ਼ਿਊਮਰਿਜ਼ਮ ਦੇ ਵੱਲ ਤੋਰ ਤਾਂ ਦਿੱਤਾ ਹੈ, ਲੇਕਿਨ ਬਹੁਤ ਹੀ ਅਨਬੈਲੈਂਸਡ ਵੇ ਨਾਲ ਅਸੀਂ ਇਹਨੂੰ ਉੱਧਰਲੇ ਪਾਸੇ ਲੈ ਗਏ, ਇਹਨੂੰ ਇਕਨੋਮਿਕਸ ਨਾਲ ਜੋੜਤਾ ਹੈ। ਹੁਣ ਜਿਹੜੇ ਵਰਲਡ ਵਾਈਡ ਪ੍ਰੋਟੈਸਟ ਹੋ ਰਹੇ ਹੈ ਉਹਦੇ ਬੇਸਿਕਲੀ ਦੋ ਹੀ ਰੀਜ਼ਨ ਹੈ। One is economics, as you have rightly pointed out, and the other one is the climate change. Okay. ਹੁਣ ਇਹ ਜਿਹੜੇ ਦੋ ਮੁੱਦੇ ਹੈ, ਇਹ ਅਸੀਂ ਕਹਿ ਸਕਦੇ ਹਾਂ ਕਿ ਯੂਨੀਵਰਸਲੀ ਪੂਰੇ ਜਿਹੜੇ ਦੁਨੀਆ ਦੇ ਕਿਸਾਨ ਆ ਉਹਨਾਂ ਦੇ ਉੱਤੇ ਅਸੀਂ ਇਹ ਲਾਗੂ ਕਰ ਸਕਦੇ ਹਾਂ। ਦੇਖੋ, ਜੇ ਅੱਜ ਪੰਜਾਬ 'ਚ ਕਿਸਾਨ ਧਰਨੇ ਤੇ ਬੈਠਾ ਹੈ, ਜਾਂ ਪੋਲੈਂਡ 'ਚ ਬੈਠਾ, ਜਾਂ ਰੋਮੇਨੀਆ 'ਚ, ਜਾਂ ਯੂਰਪ, ਪੂਰੀ ਯੂਰਪੀਅਨ ਯੂਨੀਅਨ ਮਤਲਬ ਇਹਦੇ ਨਾਲ ਪ੍ਰਭਾਵਿਤ ਸੀ, ਉਹਦਾ ਇੱਕੋ ਇੱਕ ਮੁੱਦਾ ਅਫਕੋਰਸ ਪੈਸਾ ਸੀਗਾ। ਇਹ ਜਿਹੜੀ ਕਲਚਰਲ ਕੌਨਫਲਿਕਟ ਸ਼ੁਰੂ ਹੋਈ ਹੈ ਬਿਟਵੀਨ ਕਲਚਰਲ, ਮੈਂ ਇਸ ਕਰਕੇ ਵਰਡ ਯੂਜ਼ ਕਰ ਰਹੀ ਹਾਂ ਕਿ ਇੱਕ ਸਾਰੀ ਐਡਵਾਂਸਡ ਇਕੋਨਮੀਜ਼ ਹੈ, ਇਕੋਨਮੀਜ਼ ਵਿਚ ਆਰ ਬੇਸਡ ਔਨ ਆਈ ਮੀਨ ਦੀ ਅਦਰ ਪ੍ਰੋਗਰਾਮਸ ਲਾਈਕ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਾਂ ਡਿਫੈਂਸ ਹੈ ਜਾਂ ਹੋਰ ਹੈ, ਔਰ ਇੱਕ ਆਹ ਵਾਲੀ ਇਕੋਨਮੀ ਜਿਹੜੀ ਐਗਰੀਕਲਚਰ ਬੇਸਡ ਹੈ। ਸੋ there is a cultural conflict going on। ਐਗਰੀਕਲਚਰ ਇਕੋਨਮੀ ਨੇ ਹਮੇਸ਼ਾ ਡੋਮੀਨੇਟ ਕੀਤਾ ਸੀਗਾ, ਲੇਕਿਨ ਹੁਣ ਜਿਹੜੇ ਇਕਨੋਮਿਕਸ ਦੇ ਦੂਜੇ ਸੈਕਟਰਸ ਹੈ they have started dominating। ਤੇ ਇੱਕ ਕਲਚਰਲ ਕੌਨਫਲਿਕਟ ਵੀ ਹੈ ਥਰੂ ਆਊਟ ਦੀ ਵਰਲਡ ਹੈ, ਕਿਉਂਕਿ ਦੇਖੋ ਇੰਪੋਰਟ ਐਕਸਪੋਰਟ ਨੇ ਵੀ ਬੜਾ ਫਰਕ ਪਾਇਆ, ਰਾਈਟ। ਫਿਰ ਫਰਟੀਲਾਈਜ਼ਰਸ ਨੇ ਬੜਾ ਫਰਕ ਪਾਇਆ। ਕਿਸਾਨ ਨੂੰ ਲੱਗਦਾ ਹੈ ਕਿ ਬਈ ਸਾਨੂੰ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਔਰ ਹੁਣ ਜਿਹੜੀ ਸਰਕਾਰ ਹੈ, ਹੁਣ ਤੁਸੀਂ ਦੇਖੋ, ਪਹਿਲੇ ਜੇ ਅਸੀਂ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ, ਜੇ ਅਸੀਂ 20 ਸਾਲ ਪਹਿਲੇ ਵੀ ਗੱਲ ਕਰਦੇ ਹਾਂ, ਠੀਕ ਹੈ, ਅਤੇ ਅਸੀਂ ਜਦੋਂ ਸਰਕਾਰ ਨੇ ਇਨਵੈਸਟਮੈਂਟ ਕਰਨਾ ਹੁੰਦਾ ਸੀ, ਇੰਨੇ ਸੈਕਟਰ ਨਹੀਂ ਸੀ ਹੁੰਦੇ। ਅੱਜ ਤਾਂ ਸੈਕਟਰ ਹੀ ਇੰਨੇ ਹੋ ਗਏ। ਤੁਹਾਨੂੰ ਹੈਲਥ 'ਤੇ ਵੀ ਲਗਾਉਣਾ ਪੈਣਾ ਹੈ। ਹੈਲਥ ਚਲੋ ਇੱਕ ਪ੍ਰਾਇਮਰੀ ਨੀਡ ਹੈ, ਬਟ ਡਿਫੈਂਸ 'ਤੇ ਤੁਹਾਨੂੰ ਖਰਚਣਾ ਪੈਣਾ, ਸਿਕਿਉਰਿਟੀ ਇਸ਼ੂਜ਼ ਇੰਨੇ, ਠੀਕ ਹੈ। ਔਰ ਅਗਰ ਮੈਂ ਇੰਡੀਆ ਦੀ ਗੱਲ ਦੱਸਾਂ, ਇੰਡੀਆ ਐਸਾ ਕੰਟਰੀ ਹੈ ਵਿਚ ਇਜ਼ ਸਰਾਊਂਡਡ ਬਾਏ 7 ਨੇਬਰਸ, ਠੀਕ ਹੈ। ਅਗਰ ਅਸੀਂ ਇਹਦਾ ਕੰਪੈਰੀਜ਼ਨ ਕਰੀਏ ਆਸਟ੍ਰੇਲੀਆ ਦੇ ਨਾਲ, ਆਸਟ੍ਰੇਲੀਆ ਬੈਠਾ ਇੱਕ ਸਮੁੰਦਰ ਦੇ ਵਿੱਚ, ਠੀਕ ਹੈ, ਨਿਊਜ਼ੀਲੈਂਡ ਦੇ ਕੋਲ। ਆਸਟ੍ਰੇਲੀਆ ਆਪਣਾ ਸਾਰਾ ਧਿਆਨ ਇਨਫਰਾਸਟਰਕਚਰ ਡਿਵੈਲਪਮੈਂਟ 'ਤੇ ਲਾ ਸਕਦਾ ਹੈ, ਲੇਕਿਨ ਇੰਡੀਆ ਦੇ ਨੇੜੇ ਤੇੜੇ 7 ਜਿਹੜੇ ਨੇਬਰਰ ਹੈ, ਸਾਨੂੰ 7 ਤਾਲੇ ਖਰੀਦਣੇ ਪੈਣੇ। ਉਹ ਤਾਲੇ ਖਰੀਦਣ ਲਈ ਪੈਸਾ ਚਾਹੀਦਾ। ਜਦੋਂ ਮੈਂ ਤਾਲਾ ਵਰਡ ਕਹਿ ਰਹੀ, ਇਹਦਾ ਮਤਲਬ ਸਾਨੂੰ ਆਰਮੀ 'ਤੇ ਲਾਣਾ ਪੈਣਾ। ਹੁਣ ਮੈਂ ਇਹ ਨਹੀਂ ਕਹਿ ਰਹੀ ਕਿ ਸਾਰੇ ਆਰਮੀ 'ਤੇ ਅਸੀਂ ਪੈਸਾ ਲਗਾਈ ਜਾ ਰਹੇ, ਨੋ, ਉਹ ਵੀ ਇੱਕ ਸਾਡਾ ਬਹੁਤ ਵੱਡਾ ਚੰਕ ਲੱਗ ਰਿਹਾ। ਹੁਣ ਤੁਸੀਂ ਦੇਖੋ, ਪੰਜਾਬ ਹੈ, ਪੰਜਾਬ 'ਚ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਇੱਥੇ ਆਈ ਮੀਨ ਕਲਾਈਮੇਟ ਪਲੱਸ ਹੈਲਥ ਇਸ਼ੂਜ਼ ਜਿਹੜੇ ਹੈ। ਕਲਾਈਮੇਟ ਦਾ ਜਦੋਂ ਤੁਹਾਨੂੰ ਪਤਾ, ਅਸੀਂ ਜਦੋਂ ਪਰਾਲੀ ਨੂੰ ਬਾਲਦੇ ਹਾਂ,
ਹੈ ਨਾ, ਕਿੰਨੀ ਜ਼ਿਆਦਾ ਅਸੀਂ ਫੌਗ ਬਾਲਦੇ ਤਾਂ ਅਸੀਂ ਦੀਵਾਲੀ ਦੇ ਪਟਾਕੇ ਵੀ ਆ, ਹੈ ਨਾ। ਬਟ ਫਿਰ ਕੋਈ ਵੀ, ਹਰ ਕੋਈ ਬੰਦਾ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ, ਈਗੋ ਕਲੈਸ਼ਿਸ ਬੜੇ ਨੇ, ਰਾਈਟ। ਔਰ ਫਿਰ ਵਾਟਰ ਟੇਬਲ ਦੀ ਸਮੱਸਿਆ ਬਹੁਤ ਹੈ। ਔਰ ਫਿਰ ਹੁਣ ਜਿਹੜੀ এনवायरमेंटल ਤੁਹਾਡਾ ਇੱਦਾਂ ਦਾ ਚੇਂਜ ਹੋ ਰਿਹਾ ਕਿ ਤੁਹਾਡੇ ਵੈਦਰ ਪੋਜੀਸ਼ਨ ਚੇਂਜ ਹੋ ਰਿਹਾ, ਤੁਹਾਡੇ ਟੈਂਪਰੇਚਰ ਚੇਂਜ ਹੋ ਰਿਹਾ, ਤੇ ਉਹਨੇ ਵੀ ਪ੍ਰੈਸ਼ਰ ਪਾਇਆ ਹੈ ਫਾਰਮਰਸ ਤੇ ਵੀ ਤੇ ਸਰਕਾਰਾਂ ਤੇ ਵੀ। ਯੈਸ, ਉਹ ਵੀ ਇੱਕ ਰੀਜ਼ਨ ਹੈ। ਵਰਲਡ ਵਾਈਡ ਮੈਂ ਗੱਲ ਕਰ ਰਹੀ ਹਾਂ, ਇੱਥੇ ਮੈਂ ਸਿਰਫ ਪੰਜਾਬ ਨੂੰ ਪੁਆਇੰਟ ਆਊਟ ਨਹੀਂ ਕਰ ਰਹੀ ਹਾਂ। ਯਾ, ਔਰ ਇਹਦੇ ਵਿੱਚ ਇੱਕ ਚੀਜ਼ ਹੈ, ਜਿੱਦਾਂ ਤੁਸੀਂ ਕਿਹਾ ਹੈ ਕਿ ਐਗਰੀਕਲਚਰ ਇਜ਼ ਨੋ ਮੋਰ ਸਰਵਾਈਵਲ ਓਨਲੀ, it's a commercial, yes, it's business it's now, a business, demand and supply, ਬਿਲਕੁਲ demand ਜੀ। and supply। ਸੋ ਇਸ ਚੀਜ਼ ਨੂੰ ਦੇਖਦੇ ਹੋਏ ਵੀ ਕਾਰਪੋਰੇਟਸ ਇਹਦੇ 'ਚ ਇੰਟਰਸਟਿਡ ਨੇ, ਕਿਉਂਕਿ ਬਾਕੀ ਜਿਹੜੇ ਬਿਜ਼ਨਸ ਨੇ ਉਹ ਡਾਊਨ ਅਪ ਡਾਊਨ ਚੱਲਦੇ ਨੇ Yes। ਅਕੋਰਡਿੰਗ ਟੂ ਦ ਮਾਰਕੀਟ, ਲੇਕਿਨ ਇਹ ਆ ਬਿਜ਼ਨਸ ਇਹਦੇ 'ਚ ਕਦੀ ਡਾਊਨਫਾਲ ਨਹੀਂ ਹੋ ਸਕਦਾ, ਬਿਕੋਜ਼ ਫੂਡ ਤਾਂ ਬੇਸਿਕ ਨੀਡ ਹੈ, ਸਰਵਾਈਵਲ ਹੈ। ਯੈਸ, ਜਿੰਨਾ ਮਰਜ਼ੀ ਇਹਨੂੰ ਕਮਰਸ਼ੀਅਲਾਈਜ਼ ਕਰ ਲਈਏ ਆਪਾਂ, ਇਟਸ ਬੇਸਿਕਲੀ ਸਰਵਾਈਵਲ। ਯੈਸ, ਸੋ ਇਹਦੇ ਵਿੱਚ ਡਾਊਨਫਾਲ ਨਹੀਂ ਆਏਗੀ, ਇਸ ਕਰਕੇ ਕਾਰਪੋਰੇਟਸ ਦਾ ਇੰਟਰਸਟ ਹੈ ਇਹਦੇ ਵਿੱਚ। ਨਾਓ ਦਾ ਪੁਆਇੰਟ ਇਜ਼, ਜੋ ਕਿਸਾਨ ਪੀੜ੍ਹੀਆਂ ਤੋਂ, ਇੰਨੀਆਂ ਸਦੀਆਂ ਤੋਂ ਉਹ ਐਗਰੀਕਲਚਰ ਕਰ ਰਿਹਾ ਹੈ, ਜੋ ਉਹਦਾ ਅਨੁਭਵ ਹੈ, ਉਹ ਅਨੁਭਵ ਕਾਰਪੋਰੇਟਸ ਕੋਲ ਨਹੀਂ ਹੈ, ਕਿਉਂਕਿ ਇਹਨਾਂ ਦਾ ਮਤਲਬ ਸਿਰਫ ਪੈਸਾ ਕਮਾਣਾ ਹੈ, ਯੈਸ, ਕੁਝ ਵੀ ਕਰਕੇ ਪੈਸਾ ਕਮਾਣਾ। ਔਰ ਕਿਸਾਨ ਦਾ ਮਕਸਦ ਹੀ ਕੁਝ ਹੋਰ ਹੈ, ਉਹਨੂੰ ਤੇ ਖੇਤੀਬਾੜੀ ਚੰਗੀ ਲੱਗਦੀ, ਉਹਦੀ ਦਿਲਚਸਪੀ ਹੈ ਉਹਦੀ। ਪਰ ਸੰਜੀਵ ਜੀ ਇੱਦਾਂ ਨਾ ਗੱਲ, ਇੱਦਾਂ ਕਿ ਤੁਸੀਂ ਕਾਰਪੋਰੇਟ ਸੈਕਟਰ ਦੀ ਗੱਲ ਕੀਤੀ, ਡੋਂਟ ਫੋਰਗੇਟ ਕਿ ਕਾਰਪੋਰੇਟ ਸੈਕਟਰ ਦੇ ਕਰਕੇ ਹੀ ਗ੍ਰੀਨ ਰੈਵੋਲੂਸ਼ਨ 'ਚ ਉਹਨਾਂ ਨੇ ਵੀ ਕੰਟਰੀਬਿਊਟ ਕੀਤਾ ਹੈ। ਹੈਡ ਦੇ ਨਾਟ ਕਮ ਆਊਟ ਵਿਦ ਫਰਟੀਲਾਈਜ਼ਰਸ ਔਰ ਵਿਦ ਅਦਰ ਟੈਕਨੀਕਸ, ਹੈ ਨਾ, ਇਹ ਇਸ਼ੂ ਡਿਬੇਟੇਬਲ ਹੋ ਜਾਂਦਾ ਹੈ। ਡਿਬੇਟੇਬਲ ਇਹ ਵੀ ਹੋ ਜਾਂਦਾ ਹੈ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਇੰਡੀਆ 'ਚ ਆਇਆ ਹੈ, Yes। ਇਜ਼ ਇਟ ਪੋਜ਼ਿਟਿਵ ਔਰ ਨੈਗੇਟਿਵ, ਇਹ ਵੀ ਡਿਬੇਟੇਬਲ ਹੈ। ਗੱਲ ਹੈ ਨਾ ਕਿ ਪੋਜ਼ਿਟਿਵ ਨੈਗੇਟਿਵ ਕਿਦੋਂ ਹੁੰਦਾ, ਜਦੋਂ ਅਸੀਂ ਮਤਲਬ ਜਰਨਲ ਨਹੀਂ ਸੋਚੀਦਾ, ਆਪਣਾ ਜਦੋਂ ਸੋਚਦੇ, ਜਦੋਂ ਸਰਕਾਰ ਵੀ ਆਪਣਾ ਸੋਚਣਾ ਸ਼ੁਰੂ ਕਰਦੇ ਸਿਰਫ ਆਪਣਾ, ਉਹ ਵੀ ਮਾੜੀ ਗੱਲ ਹੈ, ਤੇ ਜਦੋਂ ਕਿਸਾਨ ਵੀ ਸਿਰਫ ਆਪਣਾ ਸੋਚਣਾ ਸ਼ੁਰੂ ਕਰ ਦੇਣ ਤੇ ਉਹ ਵੀ ਮਾੜੀ ਗੱਲ ਹੈ। ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਇਸ ਪੁਆਇੰਟ ਤੋਂ ਵੀ, ਦੂਸਰਾ এনवायरमेंट, ਕਿਉਂਕਿ ਤੁਸੀਂ ਪਰਿਆਵਰਣ ਦੀ ਗੱਲ ਕੀਤੀ ਹੈ, ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਫਰਟੀਲਾਈਜ਼ਰ ਯੂਜ਼ ਕਰਨਾ ਔਰ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਕਰਨਾ ਖੇਤੀਬਾੜੀ ਵਾਸਤੇ ਨੁਕਸਾਨਦਾਇਕ ਰਿਹਾ, ਉਹਦੇ ਨਾਲ ਫਸਲਾਂ ਦੀ ਕੁਆਲਿਟੀ ਦਾ ਹਾਨੀ ਹੋਈ ਹੈ, ਕੁਆਲਿਟੀ ਥੱਲੇ ਹੋਈ ਹੈ, ਔਰ ਸਾਡੀ ਸਿਹਤ, ਉਹਦੇ ਵਿੱਚ ਵੀ ਸਾਡੀ ਸਿਹਤ ਦੇ ਵਿੱਚ ਵੀ ਜ਼ਹਿਰ ਜਾਣੀ ਸ਼ੁਰੂ ਹੋ ਗਈ ਹੈ। ਇਹ ਜਿਹੜਾ ਸਫ਼ਰ ਹੈ ਨਾ, ਅੰਨਦਾਤਾ ਤੋਂ ਮੌਤ ਦਾਤਾ, ਇਹ ਸਫ਼ਰ ਨਹੀਂ ਹੋਣਾ ਚਾਹੀਦਾ। ਔਰ ਮੌਤ ਦਾਤਾ ਉਹ ਨਹੀਂ ਰਿਹਾ, ਉਹਨੂੰ ਘੁਮਾਇਆ ਗਿਆ, ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀਆਂ ਅਮਰੀਕਨ ਕੰਪਨੀਆਂ ਬਾਰੂਦ ਬਣਾਉਂਦੀਆਂ ਸੀ, ਉਹ ਵਿਹਲੀਆਂ ਹੋ ਗਈਆਂ, ਉਹਨਾਂ ਨੂੰ ਇਹ ਜੌਬ ਦਿੱਤੀ ਗਈ ਫਰਟੀਲਾਈਜ਼ਰਸ ਬਣਾਉਣ ਦੀ। ਔਰ ਇੱਥੇ ਪੋਲੀਟੀਕਲ ਸੈਟਲਮੈਂਟ ਇੱਦਾਂ ਦੀ ਜਿਹੜੀਆਂ ਅਸੀਂ ਕਹਿੰਦੇ ਹਾਂ ਬ੍ਰਾਈਬ ਦੇ ਕੇ, ਕਰਪਸ਼ਨ ਕਰਕੇ, ਫੰਡਸ ਦੇ ਕੇ ਉਹਨਾਂ ਪੋਲੀਟੀਕਲ ਲੀਡਰਸ ਨੂੰ ਤਿਆਰ ਕੀਤਾ ਗਿਆ, ਔਰ ਉਹਨਾਂ ਨੇ ਇਹ ਬ੍ਰੇਨ ਵਾਸ਼ ਕੀਤਾ ਕਿਸਾਨ ਦਾ, ਉਹਨਾਂ ਨੂੰ ਬਾਰ-ਬਾਰ ਅਮਰੀਕਾ ਲੈ ਕੇ ਜਾਣਾ ਜਾਂ ਦੂਸਰੇ ਦੇਸ਼ਾਂ 'ਚ ਲੈ ਕੇ ਜਾਣਾ, ਤਾਂ ਕਿ ਜਿਹੜੀਆਂ ਕੰਪਨੀਆਂ ਫਰਟੀਲਾਈਜ਼ਰਸ ਬਣਾਉਂਦੀਆਂ ਨੇ ਉਹ ਵੀ ਚੰਗੀ ਤਰ੍ਹਾਂ ਬ੍ਰੇਨ ਵਾਸ਼ ਕਰਕੇ ਕਿਸਾਨ ਨੂੰ ਤਿਆਰ ਕਰ ਸਕਣ ਤੇ ਉਹ ਕਾਫੀ ਮਾਤਰਾ 'ਚ ਫਰਟੀਲਾਈਜ਼ਰ ਇਸਤੇਮਾਲ ਕਰੇ। ਤਾਂ ਉਸ ਤੋਂ ਬਾਅਦ ਜੋ ਧਰਤੀ ਦਾ ਹਾਲ ਹੋਇਆ, ਜੋ ਸਿਹਤ ਦਾ ਹਾਲ ਹੋਇਆ ਹੈ, ਫਰੋਮ ਗ੍ਰੀਨ ਰੈਵੋਲੂਸ਼ਨ ਟੂ ਕੈਂਸਰ, ਇਹ ਕਿਹਾ ਜਾਂਦਾ ਹੈ। ਔਰ ਪਾਣੀ ਦੀ ਕਮੀ ਪੰਜਾਬ ਵਿੱਚ ਹੋਈ, ਉਹ ਵੱਖਰੀ। ਇਹ ਸਾਰੀਆਂ ਡਿਸਕਸ਼ਨਸ ਹੁੰਦੀਆਂ ਪਈਆਂ ਨੇ। ਸੋ ਇਹਦੇ ਕਰਕੇ ਇਹ ਡਿਬੇਟੇਬਲ ਹੋ ਜਾਂਦਾ ਕਿ ਗ੍ਰੀਨ ਰੈਵੋਲੂਸ਼ਨ ਦੇ ਸਾਈਡ ਇਫੈਕਟਸ ਕੀ ਨੇ, ਇਹ ਵੀ ਜ਼ਰੂਰੀ ਹੋ ਜਾਂਦਾ। ਸੋ ਆਪਾਂ ਹੁਣ ਜਦੋਂ ਇਸ ਪੋਜੀਸ਼ਨ ਤੇ ਪਹੁੰਚ ਚੁੱਕੇ ਹਾਂ, ਕਈ ਸਾਲਾਂ ਤੋਂ ਫਰਟੀਲਾਈਜ਼ਰ ਇਸਤੇਮਾਲ ਹੋ ਰਿਹਾ ਔਰ ਉਹਦੇ ਰਿਜ਼ਲਟ ਸਾਹਮਣੇ ਆ ਰਹੇ ਨੇ ਗ੍ਰੀਨ ਰੈਵੋਲੂਸ਼ਨ ਟੂ ਕੈਂਸਰ ਦੇ, ਸੋ ਉਹ ਤਾਂ ਇੱਕ ਡਿਬੇਟੇਬਲ ਹੈ ਹੀ ਆ। ਬਟ ਇਸ ਵਕਤ ਆਪਾਂ ਜੋ ਡਿਸਕਸ ਕਰ ਰਹੇ ਹਾਂ ਕਿ ਇਹਦੇ ਰੀਜ਼ਨਸ, ਇਹ ਸੋਸ਼ਲ ਐਸਪੈਕਟ ਤੋਂ ਇਕਨੋਮਿਕ ਐਸਪੈਕਟ ਵੱਲ ਚਲਾ ਗਿਆ, ਸਰਵਾਈਵਲ ਤੋਂ ਇਹ ਬਿਜ਼ਨਸ ਵੱਲ ਚਲਾ ਗਿਆ। ਨਾਓ ਇਹਨੂੰ ਕਲੈਰੀਫਾਈ ਕਰੋ ਕਿ ਪੂਰੀ ਦੁਨੀਆ ਦੇ ਵਿੱਚ ਇਹ ਕੀ ਏਜੰਡਾ, ਕਿਉਂਕਿ ਇਹਦੇ ਵਿੱਚ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਡਾਇਰੈਕਟਲੀ ਇਨਵੋਲਵ ਹੈ, ਉਹਦੀ ਮਰਜ਼ੀ ਦੇ ਨਾਲ ਸਾਰੇ ਬਿਜ਼ਨਸ ਦੀ ਖੇਡ ਖੇਡੀ ਜਾਂਦੀ ਆ। ਦੇਖੋ, ਇਹ ਤੁਹਾਨੂੰ ਵੀ ਬੜਾ ਅੱਛੀ ਤਰ੍ਹਾਂ ਪਤਾ ਹੋਏਗਾ, ਵੀਟ ਤਾਂ ਸਾਡਾ ਹੈ ਹੀ ਨਹੀਂ ਹੈ, ਇਟ ਹੈਜ਼ ਬੀਨ ਇੰਪੋਰਟਡ। ਕਿਉਂ ਇੰਪੋਰਟ ਹੋਇਆ? ਫਿਰ ਟਾਈਮ ਤੇ ਜਿਹੜੀਆਂ ਰਿਸਰਚ ਏਜੰਸੀਜ਼ ਹੈ, ਉਹ ਕੁਛ ਨਾ ਕੁਛ ਚੇਂਜਸ ਲੈ ਕੇ ਆਉਂਦੇ ਰਹਿੰਦੇ। ਨਾਟ ਓਨਲੀ ਇਨ ਵੀਟ, ਤੁਸੀਂ ਅੱਜ ਕੋਈ ਵੀ ਫਰੂਟ ਲੈ ਲਓ, ਕੋਈ ਵੀ ਵੈਜੀਟੇਬਲ ਲੈ ਲਓ, ਉਹ ਵਾਲਾ ਸਵਾਦ ਰਿਹਾ ਹੀ ਨਹੀਂ ਜਿਹੜਾ ਅਸੀਂ ਬਚਪਨ 'ਚ ਸਵਾਦ ਦੇਖਦੇ ਸੀਗੇ। ਚਾਹੇ ਬਾਸਮਤੀ ਚਾਵਲ ਲੈ ਲਓ, ਮਤਲਬ ਟੈਕਨੋਲੋਜੀ ਦੇ ਨਾਮ 'ਤੇ ਵੀ ਬਹੁਤ ਕੁਛ ਹੋ ਰਿਹਾ। ਟੈਕਨੋਲੋਜੀ 'ਚ ਜੇ ਰਿਸਰਚ ਹੋਣੀ, ਉਹਦੇ ਲਈ ਪੈਸਾ ਕਿੱਥੋਂ ਚਾਹੀਦਾ ਹੈ? ਠੀਕ ਹੈ, ਉਹ ਜਿਹੜੀਆਂ ਦੁਕਾਨਾਂ ਚਲਾਉਣੀਆਂ, ਉਹ ਕਿੱਥੋਂ ਸਾਰਾ ਆਏਗਾ? ਠੀਕ ਹੈ, ਹੁਣ ਜੇ ਅਸੀਂ ਇੱਕ ਤੁਸੀਂ 5 ਰੁਪਏ ਦਾ ਆਲੂ ਲੈ ਕੇ, ਜੇ ਤੁਸੀਂ ਉਹਨੂੰ ਚਿਪਸ ਦੇ ਰੂਪ 'ਚ ਜੇ ਤੁਸੀਂ 20 ਰੁਪਏ ਦਾ ਪੈਕਟ ਵੇਚ ਰਹੇ ਹੋ, that 15 ਰੁਪੀਜ਼ ਦਾ ਜਿਹੜਾ ਮਾਰਜਨ ਹੈ, ਜੋ ਵੀ ਪ੍ਰੋਫਿਟ ਹੈ, ਵੇਅਰ ਇਜ਼ ਇਟ ਗੋਇੰਗ? ਹੈ ਨਾ, ਫਿਰ ਉਹਦਾ
ਆਈ ਮੀਨ ਇਹ ਸਾਰਾ ਇੱਕ ਇੰਨਾ ਕੁ ਲੰਬਾ, ਮਤਲਬ ਜੇ ਇਹ ਦੇਖਣ ਨੂੰ ਇਦਾਂ ਲੱਗਦਾ ਕਿ ਫਾਰਮਰਸ ਮੂਵਮੈਂਟ ਹੈ, ਲੇਕਿਨ ਇਹਦੀ ਜਿਹੜੀ ਬਹੁਤ ਹੀ ਡੈਂਸ ਇਹਦੀ ਤਹਿ ਹੈ, ਇਹ ਸਿਰਫ ਸਾਨੂੰ ਦੇਖਣ ਨੂੰ ਬਸ ਇੰਨੀ ਕੁ ਕਹਾਣੀ ਲੱਗਦੀ ਵੀ ਕਹਾਣੀ ਬਹੁਤ ਵੱਡੀ ਹੈ। ਕਹਾਣੀ ਇਹਦੀ ਅਸੀਂ ਪੋਲਿਟਿਕਸ ਨਾਲ ਵੀ ਜੋੜ ਸਕਦੇ ਹਾਂ, ਡੀਪ ਸਟੇਟ ਨਾਲ ਵੀ ਜੋੜ ਸਕਦੇ ਹਾਂ। ਯਾ ਅੱਛਾ ਦੇਖੋ, ਲੇਕਿਨ ਮੈਨੂੰ ਇੱਥੇ ਦੁੱਖ ਹੈ ਕਿ ਇੱਥੇ ਜਿਹੜਾ ਫਾਰਮਰ ਹੈ ਉਸ ਵਿਚਾਰੇ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ, ਉਹਨੂੰ ਇੱਦਾਂ ਪ੍ਰੈਜ਼ੈਂਟ ਕੀਤਾ ਗਿਆ। ਅੱਛਾ, ਫਿਰ ਕਹਿਣ ਵਾਲੇ ਇਹ ਵੀ ਕਹਿੰਦੇ ਕਿ ਜੇ ਤੁਸੀਂ ਅੱਜ ਵੀ ਬਾਰਡਰ ਤੇ ਜਾ ਕੇ ਦੇਖ ਲਓ, ਆਈ ਮੀਨ ਬਾਰਡਰ ਮਤਲਬ ਜਿੱਥੇ ਫਾਰਮਰਸ ਬੈਠੇ ਹੋਏ, ਸਿੰਘੂ ਬਾਰਡਰ ਜਿੱਥੇ ਹੈ, ਉਹਨਾਂ ਕੋਲ ਇੰਨੀਆਂ ਵੱਡੀਆਂ ਗੱਡੀਆਂ ਨੇ, SUVs, ਇੰਨੀਆਂ ਲੱਖਾਂ ਦੇ ਗੱਡੀਆਂ, ਤੇ ਉਹ ਲੋਕ ਕਹਿੰਦੇ ਇਹ ਕਿੱਦਾਂ ਦਾ ਫਾਰਮਰ ਹੋਇਆ, ਇੰਨਾ ਪੈਸਾ ਇਹਨਾਂ ਕੋਲ। ਵੀ ਜੇ ਤੁਸੀਂ ਮਤਲਬ ਇਫ ਯੂ ਹੈਵ ਕਮ ਫॉर ਅ ਪ੍ਰੋਟੈਸਟ, ਤੁਸੀਂ 6 ਮਹੀਨੇ ਦਾ ਰਾਸ਼ਨ ਵੀ ਨਾਲ ਲੈ ਕੇ ਆਏ ਹੋਏ ਹੋ, ਤੁਸੀਂ ਇਹਦਾ ਮਤਲਬ ਕਿੰਨੀ ਤਗੜੀ ਪਲੈਨਿੰਗ ਲੈ ਕੇ ਆਏ ਹੋ। ਫਿਰ ਉਹ ਇਹ ਵੀ ਕਹਿ ਰਿਹਾ, ਕੁਛ ਇੱਦਾਂ ਸੁਣਨ ਨੂੰ ਮਿਲ ਰਿਹਾ, ਮਤਲਬ ਦੋਨੋਂ ਪਾਸੇ। ਹੁਣ ਜੇ ਤੁਸੀਂ ਮੀਡੀਆ ਨੂੰ ਦੇਖੋ, ਤੁਸੀਂ ਜੇ ਪ੍ਰੋ ਗਵਰਨਮੈਂਟ ਵਾਲਾ ਦੇਖਣਾ, ਉਹ ਉਸ ਕਿਸਾਨ ਦੇ ਖਿਲਾਫ ਬੋਲੀ ਜਾ ਰਿਹਾ। ਜੇ ਤੁਸੀਂ ਅਗੇਂਸਟ ਗਵਰਨਮੈਂਟ ਦੇਖਣਾ, ਉਹ ਮੀਡੀਆ ਜਿਹੜਾ ਆਈ ਮੀਨ ਖਿਲਾਫ ਬੋਲੀ ਜਾ ਰਿਹਾ ਸਰਕਾਰ ਦੇ। ਬਟ ਅਸੀਂ ਵਿੱਚੋਂ ਸੱਚਾਈ ਲੱਭਣੀ ਹੈ। ਐਗਜ਼ੈਕਟਲੀ, ਕਿ ਜਿਹੜਾ ਸਾਡਾ ਆਮ ਕਿਸਾਨ ਹੈ ਉਹਦਾ ਵੀ ਨੁਕਸਾਨ ਨਾ ਹੋਵੇ, ਸਰਕਾਰ ਦਾ ਵੀ ਨੁਕਸਾਨ ਨਾ ਹੋਵੇ। ਹੁਣ ਜੇ ਕੁਝ ਉੱਚ ਜੀਵੀ, ਹੁਣ ਤੁਹਾਨੂੰ ਪਤਾ ਹੋਏਗਾ, ਜੇ ਅਸੀਂ ਇਕਨੋਮਿਕਸ ਦੀ ਗੱਲ ਕਰੀਏ, ਰੀਸੈਂਟਲੀ IMF ਨੇ ਇੱਕ ਰਿਪੋਰਟ ਕੱਢੀ ਹੈ ਜਿਹਦੇ 'ਚ ਜਿਹੜਾ ਜਾਪਾਨ ਵਰਗਾ ਦੇਸ਼ ਵੀ ਹੈ, ਜਿਹਨੂੰ ਅਸੀਂ ਸੋ ਕਾਲਡ ਇਕੋਨਮੀ ਕਹਿੰਦੇ ਸੀਗੇ, ਉਹਦੇ 'ਚ ਵੀ ਡਿਪਰੈਸ਼ਨ ਚੱਲ ਰਿਹਾ। ਠੀਕ ਹੈ, ਹੁਣ ਅਮਰੀਕਨ ਇਕੋਨਮੀ ਨੰਬਰ 1 ਇਕੋਨਮੀ, 28 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਫੋਲੋਡ ਬਾय ਚਾਈਨੀਜ਼ ਇਕੋਨਮੀ, 18.5 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਠੀਕ ਹੈ, ਫੋਲੋਡ ਬਾय ਦਿਸ ਜਰਮਨੀ 4.7, ਤੇ 4.2 ਜਾਪਾਨ ਦੀ ਹੋ ਗਈ, 4.1 ਤੇ ਇੰਡੀਆ ਖੜਾ ਇਸ ਟਾਈਮ। ਆਪਣੀ ਅਸੀਂ ਉੱਦਾਂ ਮਤਲਬ ਮੇਬੀ ਵਿਦਿਨ 2 ਇਅਰਸ ਅਸੀਂ ਹੋ ਸਕਦਾ ਜਰਮਨ ਨੂੰ ਸੁਪਰਸੀਡ ਕਰ ਜਾਈਏ, ਅਸੀਂ 3rd ਲਾਰਜੈਸਟ ਇਕੋਨਮੀ ਬਣ ਜਾਈਏ। ਸ਼ੋਰ, ਇੱਕ ਪਾਸੇ ਅਸੀਂ 3rd ਲਾਰਜੈਸਟ ਇਕੋਨਮੀ ਪ੍ਰੋਜੈਕਟ ਹੋ ਰਹੇ ਹਾਂ। ਠੀਕ ਹੈ, ਬਟ ਐਟ ਦੀ ਸੇਮ ਟਾਈਮ ਜਦੋਂ ਅਸੀਂ ਘਰੇਲੂ ਮੁੱਦੇ ਦੇਖਦੇ ਹਾਂ, ਜਦੋਂ ਅਸੀਂ ਅਨਇੰਪਲੋਇਮੈਂਟ ਦੇਖਦੇ ਹਾਂ, ਜਾਂ ਫਾਰਮ ਸੈਕਟਰਸ 'ਚ ਜੋ ਪ੍ਰੋਬਲਮ ਚੱਲ ਰਹੀਆਂ ਨੇ, ਉਹ ਜਦੋਂ ਦੇਖਦੇ ਹਾਂ ਤਾਂ ਬੜਾ ਹੀ ਕੰਟਰਡਿਕਸ਼ਨ ਹੋ ਜਾਂਦਾ। ਇੱਕ ਆਮ ਆਦਮੀ ਦੇ ਸਮਝ ਤੋਂ ਬਾਹਰ ਹੋ ਜਾਂਦਾ ਕਿ ਇੱਕ ਪਾਸੇ ਅਸੀਂ ਵੀ ਆਰ 5th ਲਾਰਜੈਸਟ ਇਕੋਨਮੀ ਐਂਡ ਸੂਨ ਵੀ ਆਰ ਗੋਇੰਗ ਟੂ ਬੀ ਦੀ 3rd ਲਾਰਜੈਸਟ ਇਕੋਨਮੀ, ਮੇਬੀ ਇਨ 27, ਜੇ ਅਸੀਂ ਜਰਮਨ ਨੂੰ ਸੁਪਰਸੀਡ ਕਰ ਗਏ। ਔਰ ਇੱਕ ਪਾਸੇ ਮੁੱਦੇ ਇੱਥੇ ਦੇ ਇੱਥੇ ਹੀ ਹੈ। ਯੈਸ, ਐਗਜ਼ੈਕਟਲੀ, ਹੈ ਨਾ। ਤੇ ਫਿਰ ਸਟੋਰੀ ਕੀ ਹੈ, ਇਨਸਾਈਡ ਸਟੋਰੀ ਕੀ ਹੈ? ਇਨਸਾਈਡ ਸਟੋਰੀ ਹੈ ਕਿ ਇਹ ਜਿਹੜੀ ਮੂਵਮੈਂਟ, ਯੈਸ, ਪਹਿਲੇ ਸੁਸਾਇਟੀ ਦੇ ਨਾਲ ਜ਼ਿਆਦਾ ਸੰਬੰਧਿਤ ਹੁੰਦੇ ਸੀਗੇ, ਕਿਉਂਕਿ ਸਾਡਾ 70% ਜਿਹੜਾ ਸਾਡਾ ਸੈਕਟਰ ਹੈ ਇਕੋਨਮੀ ਦਾ, ਦੈਟ ਇਜ਼ ਫਾਰਮਿੰਗ ਬੇਸਡ। ਸ਼ੋਰ, ਠੀਕ ਹੈ, ਲੇਕਿਨ ਹੌਲੀ ਹੌਲੀ ਜਦੋਂ ਅਸੀਂ ਦੇਖਦੇ ਹਾਂ, ਦੇਖੋ ਮੂਵਮੈਂਟਸ ਤੇ ਸ਼ੁਰੂ ਹੋਈਆਂ, ਮਤਲਬ ਬਹੁਤ ਪੁਰਾਣੀ ਹਿਸਟਰੀ ਹੈ। ਤੁਸੀਂ 1820 'ਚ ਇਹ ਮੂਵਮੈਂਟਸ ਸ਼ੁਰੂ ਹੋ ਜਾਂਦੇ, ਉਸ ਤੋਂ ਪਹਿਲੇ ਵੀ ਹੋਈਆਂ ਹੋਣਗੀਆਂ, ਉਹਦਾ ਰਿਕਾਰਡ ਮੇਰੇ ਕੋਲ ਮਤਲਬ ਇਸ ਟਾਈਮ ਨਹੀਂ ਹੈ। ਐਗਜ਼ੈਕਟਲੀ, ਲਾਰਡ ਡਲਹੌਜੀ ਦੀ ਲੈਂਡ ਐਕੁਜੀਸ਼ਨ, ਕਈ ਲਾਜ਼ ਆਏ ਨੇ। ਮਤਲਬ ਇੰਡੀਪੈਂਡੈਂਸ ਤੋਂ ਬਾਅਦ ਵੀ ਕਈ ਮੂਵਮੈਂਟਸ ਚੱਲੀਆਂ, ਔਰ ਅਸੀਂ ਗਾਂਧੀ ਦੇ ਅੰਡਰ ਚੰਬੜਮ ਮੂਵਮੈਂਟ ਜਿਹੜੀ ਚਲਾਈ ਹੈ, ਬੜੇ ਅੰਦੋਲਨ ਅਸੀਂ ਚਲਾਏ ਨੀਲ ਦੀ ਖੇਤੀ ਨੂੰ ਲੈ ਕੇ। ਯੈਸ, ਲੇਕਿਨ 80s 'ਚ ਇੱਕ ਚੇਂਜ ਆਉਂਦਾ ਹੈ। 80s 'ਚ ਫਾਰਮਰ ਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਸਾਨੂੰ ਰਾਜਨੀਤੀ ਨਾਲ ਇਨਵੋਲਵ ਹੋਣਾ ਪੈਣਾ, ਨਹੀਂ ਤਾਂ ਸਾਡਾ ਫਾਇਦਾ ਨਹੀਂ ਹੋਣਾ। ਦੈਟ ਇਜ਼ ਅ ਪੀਰੀਅਡ ਵੈਨ ਫਾਰਮਰਸ ਜਾਂ ਜਿੰਨੀ ਵੀ ਫਾਰਮਿੰਗ ਮੂਵਮੈਂਟ ਥਰੂ ਆਊਟ ਇੰਡੀਆ ਚੱਲੇ, ਚਾਹੇ ਉਹ ਮਹਾਰਾਸ਼ਟਰ ਲੈ ਲਓ, ਕਰਨਾਟਕਾ ਲੈ ਲਓ, ਤੁਸੀਂ ਤਮਿਲਨਾਡੂ 'ਚ ਲੈ ਲਓ, ਕਈ ਐਸੀਆਂ ਮੂਵਮੈਂਟਸ ਹੈ ਜਿਹੜੀਆਂ ਲੈ ਕੇ ਆਏ, ਪੋਲੀਟੀਕਲ ਪਾਰਟੀਜ਼ ਦਾ ਨਿਰਮਾਣ ਕੀਤਾ, ਉਹਨਾਂ ਨੇ ਇਲੈਕਸ਼ਨ ਵੀ ਲੜੇ, ਬਟ ਅਨਫੋਰਚੂਨੇਟਲੀ ਹਾਰ ਗਏ। ਜਾਂ ਜਿਹੜੀ ਫਾਰਮਿੰਗ ਸੈਕਟਰ ਹੈ ਉਹ ਪੋਲੀਟਿਕਸ 'ਚ ਆਪਣੀ ਛਾਪ ਨਹੀਂ ਬਣਾ ਪਾਇਆ। ਇਹੀ ਚੀਜ਼ ਹੋਈ ਸੀਗੀ ਪੰਜਾਬ ਦਾ ਜਦੋਂ ਅੰਦੋਲਨ ਹੋਇਆ 20 'ਚ, ਜਿਹੜਾ ਦੁਨੀਆ ਲਈ ਇੱਕ ਰੋਲ ਮਾਡਲ ਬਣ ਕੇ ਉਭਰਿਆ। ਉਹਦੇ 'ਚ ਵੀ ਜਦੋਂ ਸਾਡੇ ਅਸੈਂਬਲੀ ਇਲੈਕਸ਼ਨ ਹੁੰਦੇ ਪੰਜਾਬ ਦੇ, ਤੇ ਇਹ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਹੋ ਸਕਦਾ ਇਸ ਫਾਰਮਿੰਗ ਮੂਵਮੈਂਟ 'ਚੋਂ ਕੋਈ ਲੀਡਰ ਉੱਭਰ ਕੇ ਆਏ। ਲੋਕਾਂ ਨੂੰ ਬੜੇ ਇੰਤਜ਼ਾਰ ਸੀਗੀ, ਪੋਲੀਟੀਕਲ ਪਾਰਟੀ ਵੀ, ਕਿਉਂਕਿ ਲੋਕ ਪਿੱਛਾ ਛੁਡਾਉਣਾ ਚਾਹੁੰਦੇ ਸੀ ਜਿਹੜੀਆਂ ਸੋ ਕਾਲਡ ਪੋਲੀਟੀਕਲ ਪਾਰਟੀਜ਼ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਲੇਕਿਨ ਅਸੀਂ ਫੇਲ ਹੋ ਗਏ। ਮੈਂ ਇੱਥੇ ਬੀਇੰਗ ਅ ਵੂਮਨ ਇੱਕ ਹੋਰ ਗੱਲ ਰੱਖਣਾ ਚਾਹੂੰਗੀ, ਜੇ ਤੁਹਾਨੂੰ ਪਿਛਲੀ ਮੂਵਮੈਂਟ ਯਾਦ ਹੋਵੇ ਤੇ ਔਰਤਾਂ ਨੇ ਉਹਦੇ 'ਚ ਬਹੁਤ ਵੱਧ ਚੜ੍ਹ ਕੇ ਰੋਲ ਪਲੇ ਕੀਤਾ ਸੀਗਾ, ਬਹੁਤ ਵੱਧ ਚੜ੍ਹ ਕੇ। ਉਹਨਾਂ ਨੇ ਰਸੋਈ ਸੰਭਾਲਣ ਦੇ ਨਾਲ ਨਾਲ ਹੋਰ ਬੜੀਆਂ ਚੀਜ਼ਾਂ ਸੰਭਾਲੀਆਂ ਸੀਗੀਆਂ, ਔਰ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਦੋਂ ਅਸੈਂਬਲੀ ਇਲੈਕਸ਼ਨ ਹੋਣਗੇ ਪੰਜਾਬ ਦੇ 22 ਦੇ, ਤੇ ਔਰਤਾਂ ਨੂੰ ਸ਼ਾਇਦ ਇੱਕ ਵੱਡਾ ਪਾਵਰ ਸ਼ੇਅਰ ਮਿਲੇਗਾ, ਬਟ ਨਹੀਂ, ਉਹਨਾਂ ਨੂੰ ਉਸ ਮੂਵਮੈਂਟ 'ਚ ਇਸਤੇਮਾਲ ਕੀਤਾ ਗਿਆ। ਦੈਟਸ ਇਟ।
ਹੁਣ ਆ ਜਿਹੜੀ ਨਵੀਂ ਮੂਵਮੈਂਟ ਸ਼ੁਰੂ ਹੋਈ ਹੈ ਯਾ ਹੈ ਨਾ, ਹਜੇ ਤੈਨੂੰ ਹਫਤਾ ਕੁ ਹੋਇਆ, ਜੇ ਲੰਬੀ ਚੱਲੇਗੀ, ਦੇਖਦੇ ਹਾਂ ਇਹਦੇ ਕੀ ਰੈਪਰਕਸ਼ਨਸ ਹੁੰਦੇ ਆ, ਕਿੱਦਾਂ ਹੁੰਦੇ, ਤੇ ਬਹੁਤ ਸਾਰੀਆਂ ਚੀਜ਼ਾਂ ਇਹਦੇ 'ਚ ਉੱਭਰ ਕੇ ਬਾਹਰ ਆਉਣਗੀਆਂ। ਸੰਜੀਵ ਜੀ। ਨਹੀਂ, ਆਈ ਅੰਡਰਸਟੈਂਡ ਇਟ ਕਿ ਬਹੁਤ ਚੀਜ਼ਾਂ ਬਾਹਰ ਆਉਣੀਆਂ ਨੇ, ਕਿਉਂਕਿ ਆਪਸ ਵਿੱਚ ਜਦੋਂ ਟਕਰਾਓ ਹੁੰਦਾ ਨਾ, ਉਹਦੇ ਵਿੱਚੋਂ ਹੀ ਕੁਝ ਬਾਹਰ ਨਿਕਲਦਾ ਹੈ। ਸਪਾਰਕਿੰਗ ਹੁੰਦੀ ਨਾ, ਜਦ ਟੂ ਸਟੋਨਸ ਆਰ ਰਬ ਟੁਗੇਦਰ, ਉਸ ਤੋਂ ਬਾਅਦ ਹੀ ਅੱਗ ਪੈਦਾ ਹੁੰਦੀ ਹੈ। ਨਹੀਂ ਤੇ ਅੱਗ ਪੈਦਾ ਹੋਣੀ ਹੀ ਨਹੀਂ ਸੀ। ਔਰ ਅੱਜ ਇਨਸਾਨ ਉਸ ਤਰ੍ਹਾਂ ਹੀ ਜੰਗਲ 'ਚ ਹੌਲਾ ਲੂ ਕਰਦਾ ਫਿਰਦਾ, ਜਾਨਵਰਾਂ ਦੇ ਪਿੱਛੇ ਦੌੜਿਆ ਫਿਰਦਾ। ਸੋ ਅਸੀਂ ਅੱਗੇ ਆ ਚੁੱਕੇ ਹਾਂ। ਅੱਗ ਦੀ ਖੋਜ ਹੋਈ, ਪਹੀਏ ਦੀ ਖੋਜ ਹੋਈ, ਔਰ ਉਹ ਪਹੀਆ ਸਾਡੇ ਜੀਵਨ ਨੂੰ ਗਤੀ ਦਿੰਦਾ ਹੋਇਆ ਇੱਥੇ ਤੱਕ ਲੈ ਆਇਆ। ਸੰਨ 2024 ਤੱਕ ਅਸੀਂ ਪਹੁੰਚ ਗਏ। ਸੋ ਇਹਦੇ ਵਿੱਚ ਜੋ ਮਾਹਿਰ ਨੇ ਖੇਤੀਬਾੜੀ ਦੇ, ਉਹ ਇੱਕ ਗੱਲ ਮੰਨਦੇ ਨੇ, ਇੱਕ ਤਾਂ ਕਿਸਾਨ ਨੇ ਬਹੁਤ ਵੱਡੇ ਸਰਮਾਏਦਾਰ, ਬੜੀਆਂ ਜ਼ਮੀਨਾਂ ਦੇ ਮਾਲਕ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਜ਼ਿਆਦਾ ਗਿਣਤੀ ਹੈ ਭਾਰਤ ਦੇ ਵਿੱਚ ਛੋਟੇ ਕਿਸਾਨਾਂ ਦੀ, ਛੋਟੀਆਂ ਜ਼ਮੀਨਾਂ। ਹੁਣ ਜਿਹੜੇ ਵੱਡੇ ਕਿਸਾਨ ਨੇ, ਉਹ ਤਾਂ ਵੱਡੀ ਕਾਰਪੋਰੇਟਸ ਨਾਲ ਵੀ ਹੱਥ ਮਿਲਾ ਲੈਣਗੇ, ਕਿਉਂਕਿ ਉਹਨਾਂ ਨੂੰ ਉਧਰੋਂ ਫਾਇਦਾ ਹੋ ਜਾਏਗਾ। ਉਹ WTO ਨਾਲ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਾਲ ਵੀ ਹੱਥ ਮਿਲਾ ਲੈਣਗੇ, ਉਹਨਾਂ ਨੂੰ ਉਧਰੋਂ ਵੀ ਫਾਇਦਾ ਹੋ ਜਾਏਗਾ। ਮਰਨਗੇ ਛੋਟੇ ਕਿਸਾਨ, ਜਿਹਦੇ ਵਾਸਤੇ ਇਹ ਮੂਵਮੈਂਟ ਖੜੀ ਕੀਤੀ ਹੋਈ ਹੈ, ਕਿਸਾਨ ਅੰਦੋਲਨ ਖੜਾ ਹੋਇਆ ਹੈ, ਇਹ ਛੋਟੇ ਕਿਸਾਨਾਂ ਵਾਸਤੇ। ਹੁਣ ਇਹ ਛੋਟੇ ਕਿਸਾਨ ਤੇ ਵੱਡੇ ਕਿਸਾਨ, ਵੱਡੇ ਕਿਸਾਨਾਂ ਦਾ ਕੁਝ ਨਹੀਂ ਪਤਾ, ਬਹੁਤ ਘੱਟ ਹੋਣਗੇ ਜਿਨ੍ਹਾਂ ਨੂੰ ਦਰਦ ਹੈਗਾ ਛੋਟੇ ਕਿਸਾਨਾਂ ਦਾ। ਨਹੀਂ ਤਾਂ ਉਹਨਾਂ ਨੂੰ ਆਪਣੀ ਖੇਤੀਬਾੜੀ ਔਰ ਆਪਣੇ ਬਿਜ਼ਨਸ ਨਾਲ ਮਤਲਬ ਹੈ, ਕਿਉਂਕਿ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਧੰਦੇ ਨੇ ਖੇਤੀਬਾੜੀ ਦੇ ਨਾਲ, ਉਹ ਸਰਮਾਏਦਾਰ ਲੋਕ ਨੇ। ਹੁਣ ਇੱਥੇ ਗੱਲ ਆਏਗੀ ਕਿ 47 ਤੋਂ ਬਾਅਦ ਜ਼ਿਆਦਾਤਰ ਛੋਟੇ ਕਿਸਾਨ ਹੀ ਨੇ ਭਾਰਤ ਦੇ ਵਿੱਚ, ਕਿਉਂਕਿ ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਨਾਲ ਨਿਚੋੜ ਕੇ ਸਾਨੂੰ ਛੱਡਿਆ, ਸਾਡੇ ਪੱਲੇ ਕੱਖ ਨਹੀਂ ਛੱਡਿਆ। ਠੀਕ ਹੈ, ਸਿਰਫ ਗਰੀਬੀ, ਮੁਫਲਿਸੀ ਔਰ ਮਜਬੂਰੀ, ਇਹੀ ਸਾਡੇ ਪੱਲੇ ਸੀ। ਛੋਟੇ ਕਿਸਾਨ ਜ਼ਿਆਦਾ ਨੇ, 90% ਛੋਟੇ ਕਿਸਾਨ ਨੇ, 10% ਸਰਮਾਏਦਾਰ ਸੀ। ਉਹ ਅੰਗਰੇਜ਼ਾਂ ਦੇ ਵੀ ਚੰਗੇ ਦੋਸਤ ਸੀ, ਔਰ ਉਹ ਅੱਜ ਭਾਰਤ ਦੇ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਦੇ ਵੀ ਚੰਗੇ ਦੋਸਤ ਨੇ, ਔਰ ਇੰਟਰਨੈਸ਼ਨਲ ਜਿਹੜੀਆਂ ਏਜੰਸੀਜ਼ ਜਾਂ ਲੀਡਰਸ ਬੈਠੇ ਨੇ ਉਹਨਾਂ ਦੇ ਵੀ ਚੰਗੇ ਦੋਸਤ ਨੇ। ਉਹਨਾਂ ਦਾ ਮਤਲਬ ਹਰ ਵੇਲੇ ਤੁਸੀਂ ਕਹੋ ਕਿ ਪੰਜੇ ਉਂਗਲਾਂ ਘਿਓ 'ਚ, ਸਿਰ ਕੜਾਈ 'ਚ ਤੇ ਲੱਤਾਂ ਪੀਪੇ 'ਚ ਨੇ, ਜੇ ਮੈਂ ਸਿੱਧੀ ਤੁਹਾਡੀ ਪੰਜਾਬੀ 'ਚ ਗੱਲ ਕਰਾਂ ਤੇ ਉਹ ਹਮੇਸ਼ਾ ਪ੍ਰੋਫਿਟ 'ਚ ਨੇ। ਛੋਟੇ ਕਿਸਾਨ ਮਰਦੇ ਪਏ ਨੇ। ਹੁਣ ਇਹ ਛੋਟੇ ਕਿਸਾਨਾਂ ਦਾ ਕੀ ਇੰਪੈਕਟ ਰਿਹਾ, ਵੱਡੇ ਕਿਸਾਨਾਂ ਦਾ ਕੀ ਇੰਪੈਕਟ ਰਿਹਾ ਭਾਰਤ ਦੀ ਰਾਜਨੀਤੀ ਦੇ ਉੱਤੇ 1947 ਤੋਂ ਬਾਅਦ, ਕਿਉਂਕਿ ਵੱਡੇ ਕਿਸਾਨ ਆਪਣੇ ਹੱਕ 'ਚ ਪਾਲਿਸੀਜ਼ ਬਣਵਾ ਲੈਣਗੇ। ਉਹਨਾਂ ਦਾ ਜ਼ੋਰ ਉੱਪਰ ਤੱਕ ਹੈ, ਉਹਨਾਂ ਦੇ ਬੰਦੇ ਉੱਪਰ ਤੱਕ ਬੈਠੇ ਹੋਏ ਨੇ, ਜਿਨ੍ਹਾਂ ਨੂੰ ਪ੍ਰਮੋਟ ਕਰਕੇ ਉਹਨਾਂ ਨੇ ਸਥਾਪਿਤ ਕੀਤਾ ਹੈ, ਰਾਜਨੀਤੀ ਦੇ ਵਿੱਚ ਆਪਣਾ ਲੀਡਰ ਬਣਾਇਆ ਹੈ। ਨੈਚੁਰਲੀ ਉਹਨਾਂ ਦੇ ਹੱਕ ਦੀ ਗੱਲ ਕਰਨਗੇ। ਛੋਟੇ ਕਿਸਾਨ ਮਰਨਗੇ, ਔਰ ਅਸੀਂ ਦੇਖਦੇ ਹਾਂ ਛੋਟੇ ਕਿਸਾਨ ਕਰਜ਼ੇ ਥੱਲੇ ਦੱਬੇ ਹੋਏ ਨੇ, ਆਤਮ ਹੱਤਿਆ ਕਰਦੇ ਨੇ, ਆਪਣੀਆਂ ਜ਼ਮੀਨਾਂ ਵੇਚ ਕੇ ਹੱਥ ਖੜੇ ਕਰਕੇ ਚਲੇ ਜਾਂਦੇ ਨੇ। ਇਹ ਸ਼ੁਰੂ ਤੋਂ ਚੱਲਿਆ ਆ ਰਿਹਾ। ਨਾਓ ਵਾਟ ਇਜ਼ ਦਾ ਪੋਜੀਸ਼ਨ ਆਫਟਰ ਇੰਡੀਪੈਂਡੈਂਸ 1947 ਤੋਂ ਬਾਅਦ, ਜਦੋਂ ਟ੍ਰਾਂਸਫਰ ਆਫ ਪਾਵਰਸ ਹੁੰਦੀਆਂ ਨੇ, ਬ੍ਰਿਟਿਸ਼ ਸਾਨੂੰ ਪਾਵਰ ਦੇ ਕੇ ਚਲੇ ਜਾਂਦੇ ਨੇ, ਛੋਟੀ ਕਿਸਾਨੀ ਤੇ ਵੱਡੀ ਕਿਸਾਨੀ ਕਿੱਥੇ ਖੜੀ ਹੈ, ਉਹਨਾਂ ਦੀ ਆਪਸ ਦੀ ਸੰਘਰਸ਼ ਕਿੱਥੇ ਖੜਾ ਹੈ? ਦੇਖੋ, ਜਿਹੜਾ ਇਹ ਤੁਸੀਂ ਵਰਡ ਬੋਲ ਰਹੇ ਹੋ, ਵੱਡੀ ਕਿਸਾਨੀ ਤੇ ਛੋਟੀ ਕਿਸਾਨੀ, ਇਹਨੂੰ ਡਿਫਾਈਨ ਕਰਨ ਦੀ ਲੋੜ ਹੈ ਅੱਜ। ਇਹਨੂੰ ਰੀਡਿਫਾਈਨਿੰਗ ਦੀ ਲੋੜ ਹੈ, ਕਿਉਂਕਿ ਸੋਸ਼ੀਓ ਇਕਨੋਮਿਕ ਸਿਨੈਰੀਓ ਚੇਂਜ ਹੋ ਗਿਆ। ਦੇयर ਇਜ਼ ਲੋਟ ਆਫ ਚੇਂਜਸ। ਕੀਪਿੰਗ ਇਨ ਮਾਈਂਡ ਦਿਸ ਚੇਂਜਸ, ਸਾਨੂੰ ਡਿਫਾਈਨ ਕਰਨਾ ਪਏਗਾ ਤੁਸੀਂ ਵੱਡੇ ਕਿਸਾਨ ਕਿਹਨੂੰ ਕਹਿੰਦੇ ਹੋ। ਪਹਿਲੀ ਗੱਲ ਤੇ ਕਿਸਾਨ ਕੌਣ ਹੈ? ਕੀ ਕਿਸਾਨ ਉਹ ਬੰਦਾ ਜਿਹੜਾ ਆਪਣੇ ਹਲ ਜੋਤ ਰਿਹਾ, ਜਾਂ ਕਿਸਾਨ ਉਹ ਬੰਦਾ ਜਿਹੜਾ ਯੂਪੀ ਬਿਹਾਰ ਇੱਧਰੋਂ ਲੇਬਰ ਲੈ ਕੇ ਔਰ ਕਹਿ ਰਿਹਾ ਚੱਲ ਭਰਾ ਕਰ, ਤੇ ਆਪ ਉਹ ਕਦੀ ਵੜਿਆ ਵੀ ਨਹੀਂ ਹੈ ਜ਼ਮੀਨ 'ਚ? ਤੁਸੀਂ ਪਹਿਲੀ ਗੱਲ ਤੇ ਕਿਸਾਨ ਕਹੋਗੇ ਕਿਹਨੂੰ? ਇਹ ਸਾਨੂੰ ਸਮਝਣ ਦੀ ਲੋੜ ਹੈ। ਦੂਸਰੀ ਗੱਲ ਇਹ ਹੈ ਕਿ ਤੁਸੀਂ ਜੇ ਕਿਸਾਨੀ ਕਰ ਰਹੇ ਹੋ, ਤੁਹਾਡੇ ਹੋਰ ਕਿੰਨੇ ਬਿਜ਼ਨੈਸਿਸ ਚੱਲ ਰਹੇ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਗਰੀਬ ਹਾਂ, ਅਸੀਂ ਇੱਦਾਂ ਹਾਂ, ਇਹ ਹਾਂ ਉਹ ਹੈ, ਤੇ ਫਿਰ ਇੰਨੇ ਵੱਡੀ ਜਿਹੜਾ ਤੁਹਾਡਾ ਬਿਲਟ ਅਪ ਹੋਇਆ ਉਹ ਕਿੱਦਾਂ ਆਇਆ? ਉਹ ਪ੍ਰੋਫਿਟ ਹੋਇਆ ਹੋਏਗਾ ਤਾਂ ਤੁਹਾਡੇ ਕੋਲ ਅੱਜ SUVs ਹੈਗੀਆਂ ਨੇ, ਉਹ ਕਿੱਥੋਂ ਆਈਆਂ ਫਿਰ? ਸ਼ੋਰ ਹੈ ਨਾ। ਤੇ ਹੁਣ ਇਹ ਜਿਹੜਾ ਵੱਡਾ ਕਿਸਾਨ ਔਰ ਛੋਟਾ ਕਿਸਾਨ, ਇਹਨੂੰ ਸਾਨੂੰ ਕਲੈਰੀਫਾਈ ਕਰਨਾ ਪਏਗਾ ਕਿ ਅਸੀਂ ਇਹਦੇ 'ਚ ਕਿਸ ਕੈਟਾਗਰੀ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ। ਔਰ ਲਾਈਕਵਾਈਜ਼ ਸਾਨੂੰ ਇਹ ਵੀ ਕਲੀਅਰ ਕਰਨਾ ਪਏਗਾ ਕਿ ਕਿਹੜਾ ਕਿਸਾਨੀ ਦਾ ਮਾਡਲ ਹੋਵੇ, ਕੋਆਪਰੇਟਿਵ ਖੇਤੀ ਹੋਵੇ ਜਾਂ ਇੰਡੀਪੈਂਡੈਂਟ ਇੰਡੀਵਿਜੂਅਲ ਖੇਤੀ ਹੋਵੇ, ਕਿਉਂਕਿ ਅੱਗੇ ਸੰਤਾਨਾ ਆਉਣ ਦੇ ਨਾਲ ਜ਼ਮੀਨ ਫਿਰ ਵੰਡੀ ਜਾਂਦੀ, ਕੇਸ ਜੋ ਖੇਤ ਨੇ ਹੋਰ ਛੋਟੇ ਹੋ ਜਾਂਦੇ। ਸਰਕਾਰ ਜੇ ਚੁਣ ਕੇ ਆਈ ਹੈ, ਸਰਕਾਰ ਦਾ ਤੇ ਕਰਤੱਵ ਹੈ ਹੀ ਹੈ, ਲੇਕਿਨ ਫਾਰਮਰ ਦਾ ਵੀ ਕਰਤੱਵ ਹੈ ਕਿ ਉਹ ਸਰਕਾਰ ਨੂੰ, ਚਲੋ ਸਰਕਾਰ ਨੂੰ ਨਹੀਂ ਤਾਂ ਮਾਨਵਤਾ ਦੇ ਲਈ, ਜਾਂ ਜਿਹਨੂੰ ਅਸੀਂ ਜੇ ਆਪਣੇ ਆਪ ਨੂੰ ਅੰਨਦਾਤਾ ਕਹਿਲਾਂਦਾ ਹੈ, ਜਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਬੜੇ ਫਕਰ ਦੀ ਗੱਲ ਹੈ। ਤੇ ਕੀ ਜਿਹੜੀ ਧਰਤੀ ਮਾਂ ਹੈ, ਉਸ ਧਰਤੀ ਮਾਂ ਦੇ ਵੀ ਇੰਟਰਸਟ ਲਈ ਸਾਨੂੰ ਸੋਚਣਾ ਪਏਗਾ ਕਿ ਉਹ ਜਿਹੜੀ ਮਿੱਟੀ ਹੈ, ਉਸ ਮਿੱਟੀ ਨੂੰ ਅਸੀਂ ਕਿੱਦਾਂ ਉਪਜਾਊ ਰੱਖਣਾ ਹੈ, ਉਹ ਜਿਹੜਾ ਉਹਦੇ ਅੰਦਰ ਜਲ ਹੈ, ਜਿਹੜਾ ਵਾਟਰ ਟੇਬਲ ਹੈ, ਉਹਨੂੰ ਅਸੀਂ ਕਿੱਦਾਂ ਉਹਦੇ ਕਰਨਾ ਹੈ, ਔਰ ਜਾਂ ਅਸੀਂ ਸਿਰਫ ਆਪਣੇ ਹੀ ਸੋਚਣਾ ਕਿ ਔਰ ਅਸੀਂ ਜਿਹੜੀਆਂ ਨਵੀਆਂ ਕ੍ਰੌਪਸ ਹੈ ਉਹ ਕਿੱਦਾਂ ਲੈ ਕੇ ਆਉਣੀ ਹੈ।
ਤੇ ਇਹ ਗੇਮ ਜਿਹੜੀ ਇੰਨੀ ਸਿੰਪਲ ਨਹੀਂ ਹੈ, ਬੜੀ ਕੰਪਲੈਕਸ ਹੈ ਐਂਡ ਇਹਦੇ ਲਈ ਬਹੁਤ ਮਿਹਨਤ ਕਰਨੀ ਪਏਗੀ। ਬਟ ਦੀ ਰੀਜ਼ਨ ਇਜ਼ ਕਿ ਜਿਹੜਾ ਹੁਣ ਦਾ ਅੰਦੋਲਨ ਚੱਲ ਰਿਹਾ ਹੈ, ਮੈਨੂੰ ਲੱਗਦਾ ਹੈ ਕਿ ਫਾਰਮਰ ਪ੍ਰੋਟੈਸਟ ਨਾ ਹੋ ਕਰਕੇ ਪੋਲੀਟੀਕਲ ਪ੍ਰੋਟੈਸਟ ਮੈਨੂੰ ਜ਼ਿਆਦਾ ਲੱਗ ਰਿਹਾ। ਕਿਉਂਕਿ ਦੇਖੋ ਇਹ ਸਰਕਾਰ ਹੁਣ ਜਿਹੜੀ ਇਲੈਕਸ਼ਨ ਆ, ਸਾਡੇ ਇਲੈਕਸ਼ਨ ਆ ਜਾਣੇ ਅਪ੍ਰੈਲ ਮਈ 'ਚ ਇਲੈਕਸ਼ਨ ਆਪਣੇ ਅਨਾਉਂਸ ਹੋ ਜਾਣਗੇ ਤੇ ਔਰ ਹੁਣ ਸੈਸ਼ਨ ਤੇ ਲੱਗਣਾ ਨਹੀਂ ਹੈ, ਸੈਸ਼ਨ ਹੁਣ ਹੋਣਾ ਨਹੀਂ, ਜੋ ਵੀ ਹੋਣਾ ਨਵੀਂ ਸਰਕਾਰ ਨੇ ਆ ਕੇ ਕਰਨਾ। ਯੈਸ, ਦੈਨ ਵਾਈ ਦਿਸ ਥਿੰਗ। ਦੂਜੀ ਗੱਲ, ਜਿਹੜੀਆਂ ਪੋਲੀਟੀਕਲ ਪਾਰਟੀ ਸਪੋਰਟ ਕਰ ਰਹੀਆਂ, ਮੰਨ ਲਓ ਕਾਂਗਰਸ ਹੀ ਹੈ, ਕਾਂਗਰਸ ਜੇ ਸਪੋਰਟ ਕਰ ਰਹੀ ਹੈ ਤੇ ਇੰਨੇ ਸਾਲ ਜਦੋਂ ਰਾਜ ਰਿਹਾ ਸੀ ਕਾਂਗਰਸ ਦਾ, ਉਦੋਂ ਇਹਨਾਂ ਨੇ ਕਿਉਂ ਨਹੀਂ ਕੀਤਾ? ਵਾਈ ਐਂਡ ਵਾਈ ਆਈ ਮੀਨ, ਔਰ ਬਹੁਤ ਸਾਰੇ ਕੁਐਸਚਨ ਉਧਰੋਂ ਵੀ ਹੋਣਗੇ ਸਰਕਾਰ ਦੇ ਖਿਲਾਫ ਕਿ ਤੁਸੀਂ ਫਿਰ ਵਾਅਦਾ ਕਿਉਂ ਕੀਤਾ। ਮੋਦੀ ਜੀ ਨੂੰ ਵੀ ਪੁਆਇੰਟ ਆਊਟ ਕੀਤਾ ਜਾਏਗਾ। ਯਾਨੀ ਕਿ ਦੋਨੋਂ ਜਿਹੜੇ ਪੱਖ ਹੈ, ਚਾਹੇ ਇੱਕ ਪਾਸੇ ਸਰਕਾਰ ਹੈ, ਫਾਰਮਰ ਹੈ, ਬਰਾਬਰ ਦੇ ਹੈ, ਦੋਨਾਂ ਕੋ ਬਰਾਬਰ ਦੀਆਂ ਦਲੀਲਾਂ ਨੇ। ਸ਼ੋਰ। ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਹੱਲ ਨਿਕਲੇਗਾ, ਕਿਉਂਕਿ ਆਈ ਐਮ ਡਾਊਟਫੁਲ। ਯਾ ਗੱਲ ਇਹ ਆ ਕਿ 2 ਸਾਲ ਦਾ ਗੈਪ ਵੀ ਪਿਆ। ਪਿਛਲੀ ਵਾਰ ਜਦੋਂ 1.0 ਹੋਇਆ ਹੈ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਉੱਤੇ ਤੁਸੀਂ ਪ੍ਰੋਮਿਸ ਕੀਤਾ ਗਵਰਨਮੈਂਟ ਨੇ, ਯੈਸ, ਔਰ ਕਿਸਾਨ ਘਰ ਆ ਗਏ, ਔਰ ਉਸ ਤੋਂ ਬਾਅਦ ਉਹ ਪ੍ਰੋਮਿਸ ਪੂਰਾ ਨਹੀਂ ਕੀਤਾ ਗਿਆ। 2 ਸਾਲ ਦੇ ਗੈਪ ਤੋਂ ਬਾਅਦ ਹੁਣੇ ਫੇਰ ਮੂਵਮੈਂਟ ਖੜੀ ਹੋਈ ਹੈ। ਯੈਸ। ਨਾਓ ਦਾ ਥਿੰਗ ਇਜ਼, ਕਿਹਾ ਜਾਂਦਾ ਕਿ ਜਿੰਨੇ ਵੀ ਇੰਟੈਲੈਕਚੁਅਲਸ ਨੇ ਜਾਂ ਵੱਡੇ ਥਿੰਕਰਸ ਨੇ, ਉਹ ਸੋਸ਼ਲਿਸਟ ਕਿਉਂ ਹੁੰਦੇ ਨੇ? ਸੋਸ਼ਲਿਸਟ ਨਹੀਂ ਹੁੰਦੇ, ਦੇ ਆਰ ਪ੍ਰੋ ਸੋਸਾਇਟੀ। ਹਾਂਜੀ। ਕਿਉਂਕਿ ਚਾਹੇ ਕੈਪੀਟਲਿਸਟ ਹੋਵੇ, ਚਾਹੇ ਸੋਸ਼ਲਿਸਟ ਹੋਵੇ, ਜਾਂ ਕੋਈ ਵੀ ਇਜ਼ਮ ਦੇ ਵਿੱਚ ਵਿਸ਼ਵਾਸ ਕਰਦਾ ਹੋਵੇ, ਕੋਈ ਵੀ ਆਈਡੀਓਲੋਜੀ ਨੂੰ ਲੈ ਕੇ ਚੱਲਦਾ ਹੋਵੇ, ਮੇਨ ਗੱਲ ਇਹੀ ਹੈ ਜਿਹੜਾ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਇੱਕ ਇਨਸਾਨ ਹੋ ਕੇ ਜੇ ਦੂਜੇ ਇਨਸਾਨ ਦਾ ਦਰਦ ਤੂੰ ਮਹਿਸੂਸ ਨਹੀਂ ਕਰ ਸਕਦਾ ਤਾਂ ਤੈਨੂੰ ਇਨਸਾਨ ਹੋਣ ਦਾ ਹੱਕ ਹੀ ਨਹੀਂ, ਤੂੰ ਇਨਸਾਨ ਹੀ ਨਹੀਂ ਹੈਗਾ। ਬੇਸਿਕ ਗੱਲ ਇੱਥੇ ਹੁੰਦੀ ਆ। ਹੁਣ ਅਸੀਂ ਛੋਟੀ ਕਿਸਾਨੀ, ਵੱਡੀ ਕਿਸਾਨੀ ਦੀ ਗੱਲ ਕਰਦੇ ਪਏ ਹਾਂ। ਛੋਟੀ ਕਿਸਾਨੀ 'ਚ ਇਹ ਹੈ ਕਿ ਅੱਗੋਂ ਫਿਰ ਖੇਤ ਵੰਡੇ ਗਏ, ਹੋਰ ਪੁੱਤਰ ਹੋ ਗਏ, ਫਿਰ ਖੇਤ ਵੰਡੇ ਗਏ, ਉਹ ਖੇਤ ਛੋਟੇ ਹੁੰਦੇ ਗਏ, ਵੱਟਾਂ ਬਣ ਗਈਆਂ, ਔਰ ਸਰਵੇ ਦੇ ਮੁਤਾਬਿਕ ਲੱਖਾਂ ਹੈਕਟੇਅਰ ਜ਼ਮੀਨ ਵੱਟਾਂ ਦੇ ਥੱਲੇ ਜ਼ਾਇਆ ਪਈ ਹੋਈ ਆ। ਉਹਦੇ ਉੱਤੇ ਖੇਤੀ ਹੋ ਸਕਦੀ ਹੈ। ਉਹਦਾ ਰੀਜ਼ਨ ਦਿੰਦੇ ਨੇ ਕੋਆਪਰੇਟਿਵ ਫਾਰਮਿੰਗ, ਕਿ ਵੱਟਾਂ ਹਟਾ ਦਿਓ, ਉਹਦੀ ਮਿਣਤੀ ਕਰ ਲਿਓ ਤੇ ਉਹ ਸਾਰੀ ਦੀ ਸਾਰੀ ਜ਼ਮੀਨ ਦੇ ਉੱਤੇ ਟਰੈਕਟਰ ਚੱਲੇ, ਤਾਂ ਕਿ ਜਿਹੜੀ ਜ਼ਮੀਨ ਵੱਟਾਂ ਥੱਲੇ ਹੈ ਲੱਖਾਂ ਹੈਕਟੇਅਰ, ਉਹ ਵੀ ਇਸਤੇਮਾਲ ਹੋ ਸਕੇ। ਇਹ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ। ਤਮਾਮ ਤਰ੍ਹਾਂ ਦੇ ਸੁਧਾਰਾਂ ਦੀ ਲੋੜ ਹੈ ਤੇ ਬੇਸਿਕ ਗੱਲ ਕਿੱਥੇ ਆ ਕੇ ਰੁਕੇਗੀ? ਨੀਅਤ। ਦੇਖੋ ਬਿਲਕੁਲ ਸੰਜੀਵ ਜੀ, ਇਨਸਾਨ ਦੀ ਨੀਅਤ ਸਹੀ ਹੈ ਤੇ ਨੀਤੀ ਆਪੇ ਸਹੀ ਹੋ ਜਾਏਗੀ। ਦੇਖੋ ਤੁਸੀਂ ਹੁਣ ਇਹ ਡਿਸਾਈਡ ਕਰ ਲਓ ਕਿ ਕੀ ਅਸੀਂ ਜਿੱਤਣਾ ਹੈ, ਡਿਬੇਟ ਕਰਕੇ ਜਿੱਤਣਾ ਹੈ, ਕਿ ਮਤਲਬ ਇਹ ਦਲੀਲਾਂ ਕਿ ਅਸੀਂ ਵਾਕਈ ਪ੍ਰੋਬਲਮ ਨੂੰ ਸੋਲਵ ਕਰਨਾ ਚਾਹੁੰਦੇ ਹਾਂ। ਦਿਸ ਇਜ਼ ਦਾ ਥਿੰਗ। ਦੇਖੋ ਚਾਹੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਵਾਰ ਹੁੰਦਾ ਹੈ, ਉਹਦੇ ਤੋਂ ਵੀ ਇਹੀ ਕੁਐਸਚਨ ਮਾਰਕ ਆਉਂਦਾ ਕਿ ਡੂ ਯੂ ਵਾਂਟ ਟੂ ਸੋਲਵ ਇਟ। ਇੱਥੇ ਵੀ ਇਹੀ ਕੁਐਸਚਨ ਮਾਰਕ ਖੜਾ ਹੈ ਕਿ ਠੀਕ ਹੈ, ਇਹਨੂੰ ਇੱਕ ਫਾਰਮਰਸ ਦੀ ਪ੍ਰੋਬਲਮ ਖੜਾ ਕਰਕੇ ਪੈਦਾ ਜ਼ਰੂਰ ਕੀਤਾ ਗਿਆ, ਲੇਕਿਨ ਇਹਦੇ ਅੰਡਰ ਕਰੰਟਸ ਹੋਰ ਵੀ ਬਹੁਤ ਜ਼ਿਆਦਾ ਨੇ। ਇਕਨੋਮਿਕ ਡਾਇਮੈਂਸ਼ਨਸ ਨੇ, ਇਕਨੋਮਿਕ ਡਾਇਮੈਂਸ਼ਨਸ ਵੀ ਹੈ, ਐਂਡ ਆਈ ਮੀਨ ਸਟ੍ਰੈਟੇਜਿਕ ਕਮਿਊਨੀਕੇਸ਼ਨ ਲੈਕਿੰਗ ਕਰਦੀ ਪਈ ਹੈ। ਯਾਨੀ ਕਿ ਸਰਕਾਰ ਨੂੰ ਸਟ੍ਰੈਟੇਜਿਕਲੀ ਕਮਿਊਨੀਕੇਟ ਨਹੀਂ ਕਰਨਾ ਆ ਰਿਹਾ ਵਿਦ ਸਮਾਲ ਫਾਰਮਰਸ ਜਾਂ ਵੱਡੇ ਫਾਰਮਰਸ ਆਪਣੀ ਗੱਲ ਪਹੁੰਚਾਉਣ 'ਚ ਥੋੜੀ ਉਹਨਾਂ ਨੂੰ ਵੀ ਦਿੱਕਤ ਆਈ ਹੋਈ, ਇੱਧਰੋਂ ਨਹੀਂ, ਆਈ ਮੀਨ ਦੇਰ ਇਜ਼ ਸਮ ਗੈਪ। ਇਹਦੇ 'ਚ ਇਹ ਵੀ ਹੈ ਨਾ ਕਿ ਇਹ ਕੰਟਰੀਬਿਊਟ ਕਰਦੀ ਹੈ ਪੋਲਿਟਿਕਸ ਨੂੰ, ਜਿਹਨੂੰ ਆਪਾਂ ਕਹੀਏ ਰਾਜਨੀਤੀ ਨੂੰ ਪੱਠੇ ਪਾਉਂਦੀ ਆ। ਯੈਸ। ਇਹਦੇ ਕਰਕੇ ਪੋਲੀਟੀਕਲ ਪਾਰਟੀਆਂ ਦੇ ਮੁੱਦੇ ਸਟਰੋਂਗ ਹੁੰਦੇ ਨੇ, ਜਿਨ੍ਹਾਂ ਨੂੰ ਬੇਸ ਬਣਾ ਕੇ ਉਹਨਾਂ ਨੇ ਇਲੈਕਸ਼ਨਸ ਲੜਦੀਆਂ ਨੇ, ਬਿਕੋਜ਼ ਡੈਮੋਕ੍ਰੇਸੀ ਇਜ਼ ਐਨ ਇਸ਼ੂ ਬੇਸਡ ਪੋਲਿਟਿਕਸ। ਔਰ ਇਹ ਇਸ਼ੂ ਚਾਹੀਦੇ ਨੇ, ਟ੍ਰੈਡੀਸ਼ਨਲ ਔਰ ਹਿਸਟੋਰੀਕਲ ਇੰਸਟਰੂਮੈਂਟ ਹੈ। ਇਹ ਕੋਈ ਅੱਜ ਦਾ ਨਹੀਂ ਯੂਜ਼ ਹੋ ਰਿਹਾ, ਇਹ ਨਹੀਂ ਕਿ ਪੰਜਾਬ ਵਾਲੇ ਯੂਜ਼ ਕਰਦੇ ਪਏ। ਦਿਸ ਹੈਜ਼ ਬਿਨ ਥਰੂ ਆਊਟ ਇੰਡੀਆ ਜ਼ਿਆਦਾ ਮੂਵਮੈਂਟਸ ਹੁੰਦੀਆਂ। ਪੰਜਾਬ ਵਾਲੇ ਤਾਂ ਹੁਣ ਆਏ ਜਾਂ 56 'ਚ ਇੱਕ ਵਾਰੀ ਇੱਥੇ ਮੂਵਮੈਂਟ ਚੱਲੀ ਸੀਗੀ। ਬਟ ਦੈਨ ਦ ਥਿੰਗ ਇਜ਼, ਦ ਕੁਐਸਚਨ ਇਜ਼ ਕਿ ਫਿਰ ਉੱਥੇ ਹੀ ਆਮ ਆਦਮੀ ਆ ਜਾਂਦਾ ਹੈ। ਆਮ ਲੋਕ ਉਹ ਜਿਨ੍ਹਾਂ ਨੇ ਲੰਘਣਾ ਹੈ, ਜਿਨ੍ਹਾਂ ਨੂੰ ਥੋੜੀ ਦੇਖੋ ਦਿੱਕਤ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ, ਜਿਨ੍ਹਾਂ ਨੇ ਉਹ ਸਭ ਚੀਜ਼ਾਂ ਕਲੀਅਰ ਨੇ। ਕਿਸਾਨਾਂ ਦੀ ਪ੍ਰੋਬਲਮ, ਕਾਰਪੋਰੇਟਸ ਦੀ ਪ੍ਰੋਬਲਮ, ਗਵਰਨਮੈਂਟ ਦੀ ਪ੍ਰੋਬਲਮ, ਆਮ ਜਨਤਾ ਦੀ ਪ੍ਰੋਬਲਮ ਐਵਰੀਵੇਅਰ। ਸੋ ਵਾਟ ਇਜ਼ ਦਾ ਸੋਲੂਸ਼ਨ? ਜਿਵੇਂ ਤੁਸੀਂ ਕਿਹਾ ਕਿ ਸੋਲੂਸ਼ਨ ਕਰਨਾ ਕਿ ਨਹੀਂ ਕਰਨਾ, ਜਾਂ ਡਿਬੇਟ ਕਰਦੇ ਰਹਿਣਾ। ਬਿਲਕੁਲ। ਨਾਓ ਵਾਟ ਇਜ਼ ਦਾ ਸੋਲੂਸ਼ਨ ਅਕੋਰਡਿੰਗ ਟੂ ਯੂ? ਦੇਖੋ ਮੈਂ ਇਹਦਾ ਸੋਲੂਸ਼ਨ ਤੁਹਾਨੂੰ ਇੱਥੇ 1-2 ਸ਼ਬਦਾਂ 'ਚ ਨਹੀਂ ਦੱਸ ਸਕਦੀ, ਨਾ ਹੀ ਮੇਰੇ ਵੱਸ ਦੀ ਗੱਲ ਹੈ। ਬਹੁਤ ਹੀ ਟਫ ਤੁਸੀਂ ਮੈਨੂੰ ਪੁੱਛ ਰਹੇ ਹੋ। ਬਟ ਡੈਫੀਨੇਟਲੀ ਜੇ ਦੋਨੋਂ ਧਿਰ, ਸਰਕਾਰ, ਫਾਰਮਰ, ਆਪਣਾ ਨੀਤਾਂ ਸਾਫ਼ ਕਰ ਲੈਣ
ਔਰ ਇਹ ਮੰਨ ਲੈਣ ਕਿ ਨਹੀਂ ਅਸੀਂ ਪ੍ਰੋਬਲਮ ਸੋਲਵ ਕਰਨਾ, ਜੇ ਮੁੱਦਾ ਬਣਾਉਣਾ ਹੈ ਤਾਂ ਫਿਰ ਤਾਂ ਸੋਸ਼ਲ ਮੀਡੀਆ ਵੀ ਹੈਗੀ ਹੈ, ਸਾਰੇ ਹੈਗੇ ਆ, ਫਿਰ ਤੁਸੀਂ ਮੁੱਦਾ ਬਣਾ ਲਓ। ਔਰ ਇਹ ਮੈਂ ਸਰਕਾਰ ਨੂੰ ਵੀ ਕਹਿਣਾ ਚਾਹ ਰਹੀ ਹਾਂ ਔਰ ਫਾਰਮਰਸ ਨੂੰ ਵੀ, ਦੋਨਾਂ ਨੂੰ। ਮੈਂ ਕਿਸੇ ਨੂੰ ਇਹ ਨਹੀਂ ਕਹਿ ਰਹੀ ਕਿ ਉਹ ਮਾੜਾ ਜਾਂ ਉਹ ਚੰਗਾ ਤੇ ਉਹ ਮਾੜਾ, ਨਹੀਂ। ਔਰ ਮੈਂ ਇਸੇ ਗੱਲ ਨੂੰ ਕਹਿ ਰਿਹਾ ਸੀ ਕਿ ਮੁੱਦਾ ਬਣਾਉਣਾ ਜ਼ਰੂਰੀ ਹੁੰਦਾ ਹੈ ਨਾ, ਕਿਉਂਕਿ ਡੈਮੋਕ੍ਰੇਸੀ ਇਜ਼ ਐਨ ਇਸ਼ੂ ਬੇਸਡ ਪੋਲਿਟਿਕਸ। ਇਸ਼ੂ ਹੋਏਗਾ ਤਾਂ ਤੁਸੀਂ ਉਹਦੇ ਆਧਾਰ ਦੇ ਉੱਤੇ ਵੋਟਾਂ ਮੰਗ ਸਕੋਗੇ ਨਾ ਕਿ ਇਹ ਇਸ਼ੂ ਮੈਂ ਸੋਲਵ ਕਰਨਾ। ਚਾਈਨਾ 'ਚ ਪਰ ਉਹ ਸੋਲਵ ਨਹੀਂ ਕਰਨਾ, ਉਹਦੇ ਆਲੇ ਦੁਆਲੇ ਰਾਜਨੀਤੀ ਬੁਣਨੀ ਹੈ, ਕਿਉਂਕਿ ਜੇ ਸੋਲਵ ਹੋ ਗਿਆ ਤੇ ਫਿਰ ਕਿਸ ਬੇਸ ਦੇ ਉੱਤੇ ਤੁਸੀਂ ਇਲੈਕਸ਼ਨਸ ਲੜਨੀਆਂ ਨੇ। ਚਾਈਨਾ 'ਚ ਤੁਹਾਨੂੰ ਕਦੀ ਨਹੀਂ ਰਿਵੋਲਟ ਮਿਲਣਾ, ਫਾਰਮਰ ਮੂਵਮੈਂਟ ਨਹੀਂ ਮਿਲੇਗੀ, ਯੂ ਵਿਲ ਨੈਵਰ ਗੈਟ ਇਟ। ਬਟ ਯੂਰਪ 'ਚ ਮਿਲ ਰਹੀ ਹੈ, ਦੇਖੋ ਡੈਮੋਕ੍ਰੇਸੀ ਹੈ। ਗੱਲ ਇਹ ਹੈ ਨਾ ਕਿ ਉਧਰ ਅਮਰੀਕਾ ਨੇ ਆਪਣੇ ਫਾਰਮਰਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਨਾ, ਤੇ ਫਿਰ ਇਹ ਲੜਾਈ ਕਿਹੜੀ, ਇਹ ਡੀਪ ਸਟੇਟ ਪੋਲਿਟਿਕਸ ਵੀ ਇੱਥੇ ਫਿਰ ਆ ਜਾਂਦੀ ਹੈ। ਐਵਰੀਥਿੰਗ ਇਜ਼ देयर। ਆਪਾਂ ਹਿਊਮੈਨਿਟੇਰੀਅਨ ਗਰਾਊਂਡਸ ਦੀ ਗੱਲ ਕਰਦੇ ਆ। ਜੇ ਆਪਾਂ ਰਸ਼ੀਆ ਅਸੀਂ ਕੋਈ ਨਾ ਕੋਈ ਪੁਆਇੰਟ ਟ੍ਰਿਗਰ ਕਰਨਾ ਹੈ। ਯੈਸ, ਜੇ ਰਸ਼ੀਆ ਤੇ ਚਾਈਨਾ ਦੀ ਗੱਲ ਲਈਏ, ਕਿਉਂਕਿ ਦੋਵੇਂ ਪੁਰਾਤਨ ਕਮਿਊਨਿਸਟ ਕੰਟਰੀ ਨੇ, ਨਾਓ ਦੇ ਆਰ ਕੈਪੀਟਲਿਸਟ ਨਾਓ, ਠੀਕ ਹੈ ਨਾ। ਹੁਣ ਤੁਸੀਂ ਕੈਪੀਟਲਿਸਟ ਕਮਿਊਨਿਸਟ ਕਹਿ ਸਕਦੇ ਹੋ। ਰਸ਼ੀਆ 'ਚ ਹਿਊਮੈਨਿਟੇਰੀਅਨ ਗਰਾਊਂਡ ਥੋੜੀ ਜ਼ਿਆਦਾ ਹੈ, ਪਰ ਚਾਈਨਾ ਦੇ ਵਿੱਚ ਹਿਊਮੈਨਿਟੇਰੀਅਨ ਗਰਾਊਂਡ ਦੇ ਵਾਸਤੇ ਸ਼ਾਇਦ ਉਨੀ ਸਪੇਸ ਨਹੀਂ ਹੈ ਜਿੰਨੀ ਰਸ਼ੀਆ 'ਚ ਕੰਪੈਰੀਟਿਵਲੀ। ਨਾਓ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਅਸੀਂ ਗੱਲ ਕਰੀਏ, ਪੂਰੀ ਦੁਨੀਆ ਦੇ ਵਿੱਚ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ। ਸਾਡੀਆਂ ਸਾਰੀਆਂ ਧਾਰਮਿਕ ਪੁਸਤਕਾਂ, ਸਾਰੇ ਧਰਮ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਕਨਸਟੀਟਿਊਸ਼ਨ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, UNO ਹਿਊਮਨ ਰਾਈਟਸ ਦੀ ਗੱਲ ਕਰਦੀ ਹੈ। ਸੋ ਹਿਊਮਨ ਰਾਈਟਸ ਇੱਥੇ ਕਿੱਥੇ ਠਹਿਰਦੇ ਨੇ? ਇੱਕ ਪਾਸੇ ਜਵਾਨ ਤੇ ਇੱਕ ਪਾਸੇ ਕਿਸਾਨ। ਉਹ ਗੋਲੀਆਂ ਮਾਰਨ ਵਾਸਤੇ ਜਿਹੜੇ ਜਵਾਨ ਨੇ ਉਹ ਵੀ ਕਿਸਾਨਾਂ ਦੇ ਪੁੱਤਰ ਨੇ, ਔਰ ਅਸੀਂ ਕਹਿੰਦੇ ਹਾਂ ਜੈ ਜਵਾਨ ਜੈ ਕਿਸਾਨ, ਭਾਰਤ ਤੋਂ ਨਾਰਾ ਗਿਆ ਹੋਇਆ। ਸੋ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਕੀ ਕਰੀਏ ਅਸੀਂ? ਹਿਊਮਨ ਲਾਈਫ ਮੈਟਰਸ, ਹਿਊਮਨ ਰਾਈਟ ਮੈਟਰਸ। ਦੇਖੋ ਹੁਣ ਤੁਸੀਂ ਜੇ ਮੀਡੀਆ ਦੀ ਕਵਰੇਜ ਦੇਖੋਗੇ ਇਸ ਫਾਰਮਰਸ ਮੂਵਮੈਂਟ ਨੂੰ, ਆਈ ਥਿੰਕ ਹਜੇ 1 ਵੀਕ ਹੋਇਆ ਹੈ, ਰਾਈਟ। ਫਾਰਮਰਸ ਕਹਿ ਰਹੇ ਕਿ ਸਾਡੇ ਤੇ ਬੜੀਆਂ ਲਾਠੀਆਂ ਬਰਸਾਈਆਂ ਗਈਆਂ, ਰਬੜ ਬੁਲੇਟਸ ਜੋ ਵੀ ਹੈ, ਲੇਕਿਨ ਨਾਲ ਹੀ ਨਾਲ ਜਿਹੜੇ ਪੁਲਿਸ ਵਾਲੇ ਹੈ ਉਹ ਵੀ ਬਹੁਤ ਘਾਇਲ ਹੋਏ ਹੈ। ਡੋਂਟ ਫੋਰਗੇਟ, ਉਹ ਜਿਹੜੇ ਪੁਲਿਸ ਵਾਲੇ ਵੀ ਹੈ ਉਹ ਵੀ ਕਿਸੇ ਦੇ ਪੁੱਤਰ ਨੇ, ਕਿਸੇ ਦੇ ਪਤੀ ਨੇ, ਕਿਸਾਨਾਂ ਦੇ ਪੁੱਤਰ ਨੇ, ਕਿਸਾਨਾਂ ਦੇ ਪੁੱਤਰ ਨੇ। ਉਧਰ ਪਿਓ ਖੜਾ ਹੈ ਕਿਸਾਨ, ਪੁੱਤਰ ਖੜਾ ਹੈ ਜਵਾਨ। ਨਾਓ ਹੁਣ ਕੌਣ ਕਿਹਨੂੰ ਕੀ ਨੁਕਸਾਨ ਪਹੁੰਚਾ ਸਕਦਾ? ਬਹੁਤ ਸਹੀ ਤੁਸੀਂ ਕਿਹਾ, ਇੱਕ ਪਾਸੇ ਕਿਸਾਨ ਖੜੇ ਹੋ, ਇੱਕ ਪਾਸੇ ਜਵਾਨ ਖੜਾ ਹੋਇਆ। ਯੈਸ, ਨਾਓ ਕੀ ਕਰੋਗੇ? ਸੋ ਇਹਦਾ ਹੱਲ ਇਹ ਹੈ ਕਿ ਨੀਅਤ, ਔਰ ਦੋਵੇਂ ਧਿਰਾਂ ਇਹ ਪਛਾਣਨ ਕਿ ਪਿੱਛੇ ਗੇਮ ਖੇਡਣ ਵਾਲਾ ਕੌਣ ਹੈ, ਯੈਸ, ਔਰ ਉਹਨਾਂ ਦੀ ਗੇਮ ਤੋਂ ਬਚ ਕੇ ਅਸੀਂ ਆਪਣੇ ਆਪ ਨੂੰ ਤੇ ਆਪਣੀ ਖੇਤੀ ਨੂੰ ਕਿਵੇਂ ਬਚਾਉਣਾ ਹੈ, ਆਪਣੇ ਫਿਊਚਰ ਨੂੰ ਔਰ ਆਉਣ ਵਾਲੀਆਂ ਜਨਰੇਸ਼ਨਸ ਦੇ ਫਿਊਚਰ ਨੂੰ ਕਿਵੇਂ ਬਚਾਉਣਾ ਹੈ। ਯੈਸ, ਆਈ ਥਿੰਕ ਕਿ ਮੈਂ ਇੱਕ ਠੀਕ ਸੋਲੂਸ਼ਨ, ਬਹੁਤ ਵਧੀਆ ਸੋਲੂਸ਼ਨ ਜੀ, ਬਹੁਤ ਅੱਛਾ। ਆਈ ਹੋਪ ਕਿ ਅਰਦਾਸ ਹੀ ਕਰ ਸਕਦੇ ਹਾਂ ਕਿ ਸਭ ਕੁਝ ਸਹੀ ਹੋਵੇ ਪੂਰੀ ਦੁਨੀਆ ਦੇ ਵਿੱਚ, ਔਰ ਕਿਸਾਨ ਔਰ ਜਵਾਨ ਔਰ ਸਾਰੀ ਜਨਤਾ ਹਮੇਸ਼ਾ ਸੁਰੱਖਿਅਤ ਰਵੇ। ਆਪਾਂ ਆਪਣੀਆਂ ਡਿਊਟੀਆਂ ਕਰਨੀਆਂ ਸ਼ੁਰੂ ਕਰਦੇ ਨਾ, ਤੇ ਸਭ ਨੂੰ ਉਹਨਾਂ ਦੇ ਰਾਈਟਸ ਆਪੇ ਮਿਲ ਜਾਣਗੇ। ਜਿੱਥੇ ਵੀ ਤੁਸੀਂ ਬੈਠੇ ਹੋ, ਆਪਣਾ 1% ਜਿਹੜਾ ਯੋਗਦਾਨ ਤੁਸੀਂ ਦੇਣਾ ਹੈ ਪੋਜ਼ਿਟਿਵਲੀ, ਉਹ ਯੋਗਦਾਨ ਜ਼ਰੂਰ ਦਿਓ, ਆਪੇ ਹੀ ਸਭ ਕੁਝ ਠੀਕ ਹੋਣ ਵੱਲ ਵਧਣਾ ਸ਼ੁਰੂ ਹੋ ਜਾਂਦਾ। ਸੋ ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ, ਔਰ ਸਾਡਾ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।